ਦੋਸਤੋ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਨਮਸਤੇ ਤੇ ਗੁੱਡ ਈਵਨਿੰਗ। ਤਾਂ ਬੜੀ ਖੁਸ਼ੀ ਹੈ ਕਿ ਆਪਾਂ ਸਾਰੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਉੱਤੇ ਇਕੱਠੇ ਹੋਏ ਆ। ਤ੍ਰੈਭਾਸ਼ੀ ਕਵੀ ਦਰਬਾਰ, ਰਾਸ਼ਟਰੀ ਕਵੀ ਦਰਬਾਰ ਜਿਹੜਾ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਇਆ ਜਾ ਰਿਹਾ ਸਰਕਾਰੀ ਤੌਰ ਤੇ, ਉਹਦੇ ਵਿੱਚ ਆਪਾਂ ਦੂਰ ਦੁਨੀਆ 'ਚ ਬੈਠੇ ਦਰਸ਼ਕ, ਸਰੋਤੇ, ਪਾਠਕ, ਲੇਖਕ ਆਪਣੇ ਨਾਲ ਜੁੜੇ ਹੋਏ ਨੇ ਤੇ ਸਾਰੇ ਬੜੀ ਸ਼ਿੱਦਤ ਦੇ ਨਾਲ ਤੁਹਾਨੂੰ ਸਾਰੇ ਸੁਣ ਰਹੇ ਨੇ, ਸੁਣਨ ਵਾਸਤੇ ਉਤਸੁਕ ਨੇ। ਔਰ ਸਾਡੀ ਰਹਿਨਮਾਈ ਕਰਨ ਵਾਲੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਡਾਕਟਰ ਸੁਰਜੀਤ ਪਾਤਰ ਜੀ, ਜਿਹੜੇ ਕਿ ਹਮੇਸ਼ਾ ਹੱਲਾਸ਼ੇਰੀ ਦਿੰਦੇ ਨੇ ਕਵੀਆਂ ਨੂੰ, ਲਿਖਾਰੀਆਂ ਨੂੰ, ਪੰਜਾਬੀ ਪ੍ਰੇਮੀਆਂ ਨੂੰ, ਪਾਠਕਾਂ ਨੂੰ, ਲੇਖਕਾਂ ਨੂੰ, ਕੀ ਛੱਡੀਏ, ਕੀ ਦਸੀਏ। ਤੇ ਇਹਨਾਂ ਦੀ ਯੋਗ ਰਹਿਨਮਾਈ ਤੇ ਹੱਲਾਸ਼ੇਰੀ ਹੀ ਸਾਡੇ ਵਾਸਤੇ ਪ੍ਰੇਰਨਾ ਦਾ ਸਰੋਤ ਬਣਦੀ ਆ। ਅੱਜ ਮੁਕੱਦਸ ਦਿਨ, ਜਿਵੇਂ ਇਹਨਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਯਾਦ 'ਚ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਜੀਵਨੀ, ਇਹ ਸਾਰੇ ਕਾਸੇ ਨੂੰ ਲੈ ਕੇ, ਉਹਨਾਂ ਦੀ ਸ਼ਹਾਦਤ ਨੂੰ ਲੈ ਕੇ, ਉਹਨਾਂ ਦਾ ਸਾਰਾ ਜਿੰਨਾ ਵੀ ਹੈ ਉਹਦੇ ਵਿੱਚ ਸਮੋਹ ਕੇ ਦੁਨੀਆ ਭਰ 'ਚ, ਇਕੱਲੇ ਪੰਜਾਬ 'ਚ ਨਹੀਂ, ਪੂਰੇ ਇੰਡੀਆ 'ਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮਾਗਮ ਹੋ ਰਹੇ ਨੇ, ਲੜੀਵਾਰ ਸਮਾਗਮ ਹੋ ਰਹੇ ਨੇ। ਅੱਜ ਪੰਜਾਬ ਕਲਾ ਪ੍ਰੀਸ਼ਦ ਨੇ ਜਿਹੜਾ ਹੈ ਇਹ ਵਿਸ਼ੇਸ਼ ਉਪਰਾਲਾ ਕਰਕੇ ਤ੍ਰੈਭਾਸ਼ੀ ਕਵੀ ਦਰਬਾਰ ਰੱਖਿਆ। ਤੇ ਇਹਦੇ ਵਿੱਚ ਪਾਤਰ ਸਾਹਿਬ ਹੁਣ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਜੀ ਆਇਆਂ ਕਹਿਣਗੇ। ਉਸ ਤੋਂ ਬਾਅਦ ਜਿਹੜਾ ਵੀ ਕਵੀ ਮੈਂ ਨਾਮ ਬੋਲੂੰਗਾ ਉਹ ਆਪਣੇ ਬਾਰੇ ਬਰੀਫ 'ਚ ਇੰਟਰੋਡਕਸ਼ਨ ਕਰਾ ਕੇ, ਸੰਖੇਪ 'ਚ ਤੇ ਆਪਣੀ ਇੱਕ ਰਚਨਾ ਦੇ ਨਾਲ ਹਾਜ਼ਰੀ ਲਵਾਉਂਦਾ ਰਹੇਗਾ। ਸੋ ਸਭ ਤੋਂ ਪਹਿਲਾਂ ਮੈਂ ਜਨਾਬ ਡਾਕਟਰ ਸੁਰਜੀਤ ਪਾਤਰ ਜੀ ਨੂੰ ਜ਼ਹਿਮੀਅਤ ਦੇਵਾਂਗਾ ਕਿ ਉਹ ਤੁਹਾਡਾ ਸਾਰਿਆਂ ਦਾ ਰਸਮੀ ਤੌਰ ਤੇ ਸਵਾਗਤ ਕਰਨ। ਪੰਜਾਬ ਕਲਾ ਪਰਿਸ਼ਦ ਦੇ ਸੱਦੇ ਤੇ ਸਭ ਪਿਆਰੇ ਸ਼ਾਇਰ ਹਿੰਦੀ, ਪੰਜਾਬੀ, ਉਰਦੂ ਦੇ ਜੋ ਤੁਸੀਂ ਜੁੜੇ ਹੋ, ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਜੀ ਆਇਆਂ ਨੂੰ ਆਖਦਾ ਔਰ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸ਼ਾਮਲ ਹੋਏ। ਔਰ ਜਿਸ ਤਰ੍ਹਾਂ ਕਿ ਨਿੰਦਰ ਘੁਗਿਆਣ ਨੇ ਦੱਸਿਆ ਕਿ ਅਸੀਂ ਇਹ ਸਾਰਾ ਅੱਜ ਦਾ ਕਵੀ ਦਰਬਾਰ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਰਹੇ ਹਾਂ ਔਰ ਇੱਕ ਤ੍ਰੈਭਾਸ਼ੀ ਕਵੀ ਦਰਬਾਰ ਹੈ। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਔਰ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਹਨਾਂ ਦੀ ਬਾਣੀ, ਉਹਨਾਂ ਦੀ ਲਾਸਾਨੀ, ਸ਼ਹਾਦਤ ਦੀ ਜੋ ਪ੍ਰਸੰਗਿਕਤਾ ਇਸ ਵੇਲੇ ਸਾਡੇ ਸਾਰਿਆਂ ਲਈ, ਸਾਡੇ ਦੇਸ਼ ਲਈ, ਦੁਨੀਆ ਲਈ ਉਹ ਇੱਕ ਅਜ਼ੀਮ ਮਹੱਤਤਾ ਹੈ ਉਸ ਗੱਲ ਦੀ ਕਿ ਜਿਸ ਤਰ੍ਹਾਂ ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਸਾਰਿਆਂ ਧਰਮਾਂ ਦੇ, ਸਾਰਿਆਂ ਵਿਸ਼ਵਾਸਾਂ ਦੇ, ਸਾਰਿਆਂ ਅਕੀਦਿਆਂ ਨੂੰ ਮੰਨਣ ਵਾਲੇ ਲੋਕ ਇੱਕ ਦੂਜੇ ਦੀ ਹੋਂਦ ਦੀ ਕਦਰ ਕਰੀਏ, ਇੱਕ ਦੂਜੇ ਨੂੰ ਸਮਝਣ ਦੀ, ਇੱਕ ਦੂਜੇ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰੀਏ। ਤੋ ਕਈ ਵਾਰੀ ਮਹਿਸੂਸ ਕਰਦੇ ਹਾਂ ਕਿ ਬੇਸ਼ੱਕ ਰਾਜਨੀਤੀ ਆਪਣੇ ਆਪ 'ਚ ਇੱਕ ਬਹੁਤ ਲਾਜ਼ਮੀ ਚੀਜ਼ ਹੈ, ਪਰ ਰਾਜਨੀਤੀ ਜਦੋਂ ਧਰਮਾਂ ਨੂੰ ਇਸਤੇਮਾਲ ਕਰਨ ਲੱਗ ਪੈਂਦੀ ਹੈ ਉਸ ਵੇਲੇ ਇੱਕ ਨਫ਼ਰਤ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ, ਜਿਹੜੀ ਕਿ ਉਹਨਾਂ ਧਰਤੀਆਂ ਨੂੰ, ਉਸ ਜ਼ਮੀਨ ਨੂੰ ਇੱਕ ਤਰ੍ਹਾਂ ਇਹੋ ਜਿਹੇ ਰੰਗ 'ਚ ਰੰਗਦੀ ਆ ਕਿ ਦੁੱਖ ਹੁੰਦਾ। ਔਰ ਜਿਹੜੀ ਕਾਇਨਾਤ, ਜਿਹੜੀ ਸ੍ਰਿਸ਼ਟੀ ਔਰ ਇਸ ਸ੍ਰਿਸ਼ਟੀ ਦਾ ਸਿਰਜਣਾ ਦਾ ਰਹੱਸ ਅਸੀਂ ਕਹਿੰਦੇ ਕਿ ਇੱਕ ਨੂਰ 'ਚੋਂ ਉਪਜਿਆ, ਤੇ ਉਹਦੇ ਵਿੱਚ ਲੀਕਾਂ ਪਾਉਣ ਲੱਗ ਪੈਂਦੇ ਨੇ ਆਪਣੀਆਂ ਗਰਜ਼ਾਂ ਦੀ ਖਾਤਰ, ਆਪਣੀਆਂ ਤਖਤਾਂ ਦੀ ਖਾਤਰ, ਆਪਣੀਆਂ ਕੁਰਸੀਆਂ ਦੀ ਖਾਤਰ। ਤੋ ਕਵੀਆਂ ਦਾ ਜੋ ਫਰਜ਼ ਇਹੀ ਹੈ ਕਿ ਕਵੀ ਹਮੇਸ਼ਾ ਯੁਗਾਂ ਤੋਂ ਇਹੀ ਕੰਮ ਕਰਦੇ ਆ ਰਹੇ ਕਿ ਉਹ ਤਪਦੀਆਂ ਧਰਤੀਆਂ ਤੇ ਆਪਣੇ ਅਲਫਾਜ਼ ਦੀ ਬਾਰਿਸ਼,
अपने प्यार दी रिमझिम लाਉਂਦੇ आए आ। और गुरु तेग बहादुर जी दे जिस तरह सारी शहादत ਨੂੰ ਅਸੀਂ ਜਾਣਦੇ ਹਾਂ ਕਿ ਉਹਨਾਂ ਨੇ ਇੱਕ ਇਸ ਤਰ੍ਹਾਂ ਕਿ ਜਿਹਨੂੰ ਉਹਨਾਂ ਨੂੰ ਅਸੀਂ ਸਰਬ ਧਰਮ ਸਨਮਾਨ ਦੇ ਰਾਖੇ ਕਹਿ ਸਕਦੇ ਹਾਂ। ਉਹਨਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਆ, ਪਰ ਉਸ ਹਿੰਦ ਦੀ ਚਾਦਰ ਦਾ ਜਿਹੜਾ ਪਨਾ ਆ, ਜਿਹੜੀ ਉਹਦੀ ਵਿਸ਼ਾਲਤਾ ਹੈ, ਮੈਂ ਸਮਝਦਾ ਕਿ ਉਹ ਸ੍ਰਿਸ਼ਟੀ ਤੱਕ ਫੈਲੀ ਹੋਈ ਆ। ਜਿੱਥੇ ਕਿਤੇ ਵੀ ਭੇਦਭਾਵ ਹੈ ਧਰਮਾਂ ਦੇ ਆਧਾਰ ਤੇ, ਉੱਥੋਂ ਤੱਕ ਹੀ ਉਹ ਚਾਦਰ ਫੈਲਣ ਦੀ ਉਹਦੇ ਵਿੱਚ ਸਮਰੱਥਾ ਹੈ, ਉਹਦੇ ਵਿੱਚ ਬਰਕਤ ਹੈ, ਉਸ ਫੈਲਾਅ ਤੱਕ ਫੈਲਣ ਦੀ। ਸੋ ਇਹਨਾਂ ਕੁਝ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿਣਾ। ਔਰ ਸੱਚਮੁੱਚ ਬਹੁਤ ਅੱਛਾ ਲੱਗਦਾ ਕਿ ਇਹ ਬੇਸ਼ੱਕ ਵਿਯੋਗ ਦਾ ਜ਼ਮਾਨਾ ਆ ਕਿ ਅਸੀਂ ਦੂਰ ਦੂਰ ਬੈਠੇ ਹਾਂ, ਪਰ ਇਹ ਤਕਨੀਕ ਦੀ ਮਾਰਫਤ ਹੈ ਕਿ ਅਸੀਂ ਵਿਯੋਗ ਵਿੱਚ ਵੀ ਸੰਯੋਗ ਦੇ ਪਲ ਸਿਰਜ ਲਏ। ਸੋ ਇਸ ਕਰਕੇ ਅਸੀਂ ਤਕਨੀਕ ਦੇ ਵੀ ਧੰਨਵਾਦੀ ਹਾਂ, ਵਿਗਿਆਨ ਦੇ ਵੀ ਧੰਨਵਾਦੀ ਹਾਂ ਕਿ ਅਸੀਂ ਜੁੜ ਬੈਠੇ ਹਾਂ ਇਸ ਕਰਾਮਾਤ ਰਾਹੀਂ। ਸੋ ਬਹੁਤ ਇਹ ਪਲ ਸੁਭਾਗੇ ਪਲ ਨੇ। ਸੋ ਮੈਂ ਗਿਆਨਵੀਰ ਨੂੰ ਹੁਣ ਅੱਗੇ ਸਾਰਾ ਪ੍ਰੋਗਰਾਮ ਤੋਰਨ ਦੀ ਬੇਨਤੀ ਕਰਦਾ। ਔਰ ਇੱਕ ਵਾਰ ਫਿਰ ਤੁਹਾਨੂੰ ਬਹੁਤ ਨਿੱਘਾ, ਬਹੁਤ ਪਿਆਰ ਭਰਿਆ ਤੁਹਾਡਾ ਸਵਾਗਤ ਕਰਦਾ। ਸ਼ੁਕਰੀਆ ਪਾਤਰ ਸਾਹਿਬ, ਤੁਹਾਡੀ ਹੱਲਾਸ਼ੇਰੀ ਤੇ ਰਹਿਨਮਾਈ ਤੇ ਤੁਹਾਡੇ ਮੋਹ ਭਿੱਜੇ, ਪਿਆਰ ਭਿੱਜੇ, ਆਸ਼ੀਰਵਾਦੀ ਰੂਪ ਦੇ ਵਿੱਚ ਸ਼ਬਦ ਜਿਹੜੇ ਆ ਹਮੇਸ਼ਾ ਸਾਡੇ ਅੰਗ ਸੰਗ ਤੇ ਸਨਮੁਖ ਰਹਿੰਦੇ ਨੇ। ਤੁਸੀਂ ਬੜੇ ਪਿਆਰੇ ਸ਼ਬਦਾਂ ਨਾਲ ਸਾਰੇ ਕਵੀਆਂ ਦਾ ਜੀ ਆਇਆਂ ਕਿਹਾ। ਤੋ ਅੱਜ ਦੀ ਆਰੰਭਤਾ ਜਿਹੜੀ ਹੈ ਉਹ ਮੈਂ ਕਰਨ ਵਾਸਤੇ ਮਹਿਕ ਭਾਰਤੀ ਜੀ ਨੂੰ ਬੇਨਤੀ ਕਰਾਂਗਾ ਕਿ ਮਹਿਕ ਭਾਰਤੀ ਜੀ ਆਪਣੀ ਰਚਨਾ ਦੇ ਨਾਲ ਸਾਨੂੰ ਮੁਖਾਤਬ ਹੋਣ। ਮਹਿਕ ਭਾਰਤੀ ਜੀ। नमस्कार, मैं तहे दिल से आप सबकी शुक्रगुजार हूँ। मेरा गीत गुरु तेग बहादुर जी को समर्पित है। दया धर्म सच की पहचान हो गया, दया धर्म सच की पहचान हो गया, गुरु तेग गुरु धर्म पे कुर्बान हो गया, गुरु तेग गुरु धर्म पे कुर्बान हो गया। वंश अंश कौम पे निसार कर दिया, वंश अंश कौम पे निसार कर दिया, अहम वहम दंभ तार तार कर दिया, वंश अंश कौम पे निसार कर दिया, अहम वहम दंभ तार तार कर दिया, हौसले भी रुक न सके, कट गए पर झुक न सके, हौसले भी रुक न सके, कट गए पर झुक न सके, हिंद हो गया वो सब की जान हो गया, गुरु तेग गुरु धर्म पे कुर्बान हो गया, दया धर्म सच की पहचान हो गया, गुरु दया धर्म सच की पहचान हो गया, गुरु तेग गुरु धर्म पे कुर्बान हो गया। गोविंद उसके लाल ने वो पंथ सजाया, गोविंद उसके लाल ने वो पंथ सजाया, फतेह ओ जुझार ने न सर को झुकाया, बंद बंद कट गए चिन गए दीवार में, बंद बंद कट गए चिन गए दीवार में, न जिंदगी को बांधा किसी जीत हार में, बंद बंद कट गए चिन गए दीवार में, ना जिंदगी को बांधा किसी जीत हार में, रो
रो के कुल जहान, रो रो के कुल जहान बेजुबान हो गया। गुरु तेग गुरु धर्म पे कुर्बान हो गया। दया धर्म सच की पहचान हो गया। दया धर्म सच की पहचान हो गया। गुरु तेग गुरु धर्म पे कुर्बान हो गया। तेरी वैरागी वाणी ने सबको हरा दिया। तेरी वैरागी वाणी ने सबको हरा दिया। सर को कटा के अपने सबको बता दिया। सर को कटा के अपने सबको बता दिया। मुश्किल बहुत डगर है, मुश्किल है रास्ते, मुश्किल बहुत डगर है, मुश्किल है रास्ते। मरना बहुत आसान है जीने के वास्ते। मुश्किल बहुत डगर है, मुश्किल है रास्ते। मरना बहुत आसान है जीने के वास्ते। वो वैरियों की मौत का सामान हो गया। गुरु तेग गुरु धर्म पे कुर्बान हो गया। दया धर्म सच की पहचान हो गया। गुरु तेग गुरु धर्म पे कुर्बान हो गया। अंश वंश कौम पे निसार कर दिया। अहम वहम दंभ तार तार कर दिया। हौसले भी रुक न सके, कट गए पर झुक न सके। हिंदू हो गया वो सबकी जान हो गया। गुरु तेग गुरु धर्म पे कुर्बान हो गया। गुरु तेग गुरु धर्म पे कुर्बान हो गया। सारा जहान आज बेजुबान हो गया। सारा जहान आज बेजुबान हो गया। वो वैरियों की मौत का सामान हो गया। वाह, बहुत खूब, बहुत अच्छा, बहुत अच्छा, शुक्रिया। बहुत अच्छा। और कमाल है कि इन्हां दी आवाज दे विच ही इन्नी कशिश है और एक कंपन शक्ति है ਜਿਹੜੀ ਸਰੋਤੇ ਨੂੰ ਦਰਸ਼ਕ ਨੂੰ ਸੁਣਨ ਵਾਲੇ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ। ਬੜੀ ਹੀ ਸ਼ਰਧਾ ਤੇ ਬੜੀ ਆਦਰ ਦੇ ਨਾਲ ਭਰੀ ਹੋਈ ਰਚਨਾ ਇਹਨਾਂ ਨੇ ਪੇਸ਼ ਕੀਤੀ ਹੈ ਗੁਰੂ ਜੀ ਬਾਰੇ। तो ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਰਵਿੰਦਰ ਬਟਾਲਾ ਜੀ ਜਿਹੜੇ ਕਿ ਸਾਡੇ ਨਾਲ ਹਮੇਸ਼ਾ ਦੋਸਤਾਂ ਵਾਂਗੂ ਭਰਾਵਾਂ ਵਾਂਗੂ ਔਰ ਮਿੱਤਰਾਂ ਵਾਂਗੂ ਤੇ ਇੱਕ ਵਧੀਆ ਕਵੀ ਦੇ ਤੌਰ ਤੇ ਵਧੀਆ ਮਨੁੱਖ ਦੇ ਤੌਰ ਤੇ ਸਾਥ ਦਿੰਦੇ ਨੇ। ਡਾਕਟਰ ਰਵਿੰਦਰ ਬਟਾਲਾ ਜੀ ਆਪਣੀ ਰਚਨਾ ਪੇਸ਼ ਕਰਨ। हाँ जी, शुक्रिया जितेंद्र जी, शुक्रिया दोस्तों। अज वाकई एक बहुत वड्डा काम पात्र साहब दे तुहाडे सहयोग नाल हो रहा और मैं भी अपनी एक रचना अज जिहड़ी गुरु साहब की सार्थकता अगे नालों भी कई गुणा वध गई है जो असीं आले दुआले देख रहे हैं। तो उहदे अनुसार मैं एक नज़म कविता पढ़ रहा, एक फिक्रे की ताकत। एक फिक्रे की ताकत। पता नहीं 9 साल दे बालक दा पिता दी महानता ते यकीन सी जां पिता दा बाल गुरु ते विश्वास। पता नहीं 9 साल दे बालक दा पिता दी महानता ते यकीन सी जां पिता दा बाल गुरु ते विश्वास। उस इक्को फिक्रे ने तुहाडे तो कौन वड्डा है जो माड़िया लताड़िया लई जान दे सके। गुरु पिता नू मकतल वाल तोड़ के इतिहास दी नींह रख दिती। ओह पिता जो बाल वरेस तो ही सब लग लपेट तो मुक्त चिंतन दी जोत मथे च जगाई।
ਲੁਕਾਈ ਨੂੰ ਚਾਨਣ ਵੰਡਣ ਦੀ ਉਡੀਕ 'ਚ ਕਈ ਵਰਿਆਂ ਤੋਂ ਭੋਰੇ ਬੈਠਾ ਸੀ। ਉਹ ਪਿਤਾ ਜਦੋਂ ਕਿਸੇ ਠੱਗੇ ਗਏ ਸ਼ਰਧਾਲੂ 'ਚ ਯਕੀਨ ਦੀ ਚਿਣਗ ਜਗਣ ਤੇ ਗੁਰੂ ਲਾਧੋ ਰੇ ਇੱਕ ਵਾਕ ਦੇ ਹੋਕੇ ਨੇ। ਜਦੋਂ ਕਿਸੇ ਠੱਗੇ ਗਏ ਸ਼ਰਧਾਲੂ 'ਚ ਯਕੀਨ ਦੀ ਚਿਣਗ ਜਗਣ ਤੇ ਗੁਰੂ ਲਾਧੋ ਨੇ ਇੱਕੋ ਵਾਕ ਦੇ ਹੋਕੇ ਨੇ ਉਹਨੂੰ ਬਾਬੇ ਤੇਗੇ ਤੋਂ ਗੁਰੂ ਤੇਗ ਬਹਾਦਰ ਬਣਾ ਦਿੱਤਾ। ਇਹ ਯਕੀਨ ਹੀ ਸੀ, ਬਹੁਤ ਖੂਬ ਜੀ। ਇਹ ਯਕੀਨ ਹੀ ਸੀ ਜਦੋਂ ਧੱਕੇ ਨਾਲ ਹਜ਼ਾਰਾਂ ਮਜ਼ਲੂਮ ਤਹਿ ਤੇਗ ਕਰਨ ਵਾਲੇ, ਆਪਣੇ ਆਪ ਨੂੰ ਤਖਤ ਦੀ ਸ਼ਾਨ ਖਵਾਉਣ ਵਾਲੇ, ਸ਼ਹਿਨਸ਼ਾਹ ਦੀ ਲਿਸ਼ਕ ਦੀ ਸ਼ਮਸ਼ੀਰ ਨੇ ਗਰੀਬ ਪੰਡਤਾਂ ਨੂੰ ਸੱਚੇ ਪਾਤਸ਼ਾਹ ਦੇ ਦਰਬਾਰ ਲਿਆ ਖੜਾ ਕੀਤਾ। ਬਸ ਉਸ ਇੱਕ ਫਿਕਰੇ ਦਾ ਵਿਸ਼ਵਾਸ ਸੀ, ਬਸ ਉਸ ਇੱਕ ਫਿਕਰੇ ਦਾ ਵਿਸ਼ਵਾਸ ਸੀ, ਇੱਕ ਸੱਚ ਦੀ ਧਰਵਾਸ ਸੀ, ਜਿਨੇ 9 ਸਾਲ ਦੇ ਬਾਲਕ ਸਿਰ ਇੱਕ ਕੌਮ ਦੀ ਜ਼ਿੰਮੇਵਾਰੀ ਧਰ ਦਿੱਤੀ। ਬਸ ਉਸ ਇੱਕ ਫਿਕਰੇ ਦਾ ਵਿਸ਼ਵਾਸ ਸੀ, ਇੱਕ ਸੱਚ ਦਾ ਧਰਵਾਸ ਸੀ, ਜਿਨੇ 9 ਸਾਲ ਦੇ ਬਾਲਕ ਸਿਰ ਇੱਕ ਕੌਮ ਦੀ ਜ਼ਿੰਮੇਵਾਰੀ ਧਰ ਦਿੱਤੀ। ਫਿਰ ਉਸ ਵਿਸ਼ਵਾਸ ਦੀ ਤਾਕਤ, ਫਿਰ ਉਸ ਵਿਸ਼ਵਾਸ ਦੀ ਤਾਕਤ ਚਾਂਦਨੀ ਚੌਂਕ ਨੇ ਵੇਖੀ। ਦੇਗਾਂ 'ਚ ਉਬਲਦਿਆਂ, ਸਿਰ ਤੇ ਆਰਾ ਚੱਲਦਿਆਂ, ਜਿਉਂਦੇ ਅਗਨ ਭੇਟ ਹੁੰਦਿਆਂ। ਫਿਰ ਉਸ ਵਿਸ਼ਵਾਸ ਦੀ ਤਾਕਤ ਚਾਂਦਨੀ ਚੌਂਕ ਨੇ ਵੇਖੀ। ਦੇਗਾਂ 'ਚ ਉਬਲਦਿਆਂ, ਸਿਰ ਤੇ ਆਰਾ ਚੱਲਦਿਆਂ, ਜਿਉਂਦੇ ਅਗਨ ਭੇਟ ਹੁੰਦਿਆਂ। ਗੁਰੂ ਨੇ ਸੀਸ ਦਿੱਤਾ ਕਿਸੇ ਇੱਕ ਫਿਰਕੇ ਲਈ ਨਹੀਂ, ਗੁਰੂ ਨੇ ਸੀਸ ਦਿੱਤਾ ਕਿਸੇ ਇੱਕ ਫਿਰਕੇ ਲਈ ਨਹੀਂ, ਸਮੁੱਚੀ ਲੁਕਾਈ ਲਈ। ਜੇ ਤਖਤ ਉੱਤੇ ਅੱਜ ਵਾਲੇ ਰਾਜੇ ਹੁੰਦੇ, ਜੇ ਤਖਤ ਉੱਤੇ ਅੱਜ ਵਾਲੇ ਰਾਜੇ ਵੀ ਹੁੰਦੇ, ਮਜ਼ਲੂਮ ਉਸ ਵੇਲੇ ਦੀ ਸ਼ਹਿਨਸ਼ਾਹੀ ਨਸਲ ਚੋਂ ਹੁੰਦੇ, ਗੁਰੂ ਨੇ ਫਿਰ ਵੀ ਸੀਸ ਵਾਰਨਾ ਸੀ। ਵਾਹ ਵਾਹ। ਜੇ ਤਖਤ ਉੱਤੇ ਅੱਜ ਵਾਲੇ ਰਾਜੇ ਹੁੰਦੇ, ਮਜ਼ਲੂਮ ਉਸ ਵੇਲੇ ਦੀ ਸ਼ਹਿਨਸ਼ਾਹੀ ਨਸਲ ਚੋਂ ਹੁੰਦੇ, ਗੁਰੂ ਨੇ ਫਿਰ ਵੀ ਸੀਸ ਵਾਰਨਾ ਸੀ। ਸੱਚ ਨੇ ਸਦਾ ਕਤਲ ਹੋਣਾ ਹੈ, ਸਰਮਦ ਹੋਏ। ਸੱਚ ਨੇ ਸਦਾ ਕਤਲ ਹੋਣਾ ਹੈ, ਸਰਮਦ ਹੋਏ, ਸੁਕਰਾਤ ਹੋਏ, ਜਾਂ ਤੇਗ ਬਹਾਦਰ। ਸੱਚ ਨੇ ਸਦਾ ਕਤਲ ਹੋਣਾ ਹੈ, ਸਰਮਦ ਹੋਏ, ਸੁਕਰਾਤ ਹੋਏ, ਈਸਾ ਹੋਏ ਜਾਂ ਤੇਗ ਬਹਾਦਰ। ਸੱਚ ਦੇ ਖੂਨ ਚੋਂ ਕੌਮਾਂ ਜੰਮਦੀਆਂ, ਸੀਸਗੰਜ ਤੇ ਸ਼ਹੀਦਗੰਜ ਬਣਦੇ। 9 ਸਾਲ ਦਾ ਬਾਲਕ ਝੋਲੀ 'ਚ ਬਾਪ ਦਾ ਸੀਸ ਪਵਾ ਕੇ ਪੂਰਾ ਸਰਬੰਸ ਸੱਚ ਤੋਂ ਵਾਰ ਦਿੰਦਾ। ਅਜਿਹਾ ਇਤਿਹਾਸ ਲਿਖਦਾ ਜਿੱਥੇ ਸ਼ਹੀਦੀਆਂ ਸਨਦਾਂ ਬਣਦੀਆਂ, ਕਮਾਈਆਂ ਕਹਾਉਂਦੀਆਂ। ਸੱਚ ਦੇ ਖੂਨ ਚੋਂ ਕੌਮਾਂ ਜੰਮਦੀਆਂ, ਸੀਸਗੰਜ ਤੇ ਸ਼ਹੀਦਗੰਜ ਬਣਦੇ। 9 ਸਾਲ ਦਾ ਬਾਲਕ ਝੋਲੀ 'ਚ ਬਾਪ ਦਾ ਸੀਸ ਪਵਾ ਕੇ ਪੂਰਾ ਸਰਬੰਸ ਸੱਚ ਤੋਂ ਵਾਰ ਦਿੰਦਾ। ਅਜਿਹਾ ਇਤਿਹਾਸ ਲਿਖਦਾ ਜਿੱਥੇ ਸ਼ਹੀਦੀਆਂ ਸਨਦਾਂ ਬਣਦੀਆਂ, ਕਮਾਈਆਂ ਕਹਾਉਂਦੀਆਂ। 9 ਸਾਲ ਦੇ ਬਾਲਕ ਦੇ ਇੱਕ ਵਾਕ, ਇੱਕ ਫਿਕਰੇ ਨੇ ਇੱਕ ਮੁਲਕ, ਇੱਕ ਧਰਮ ਬਚਾਇਆ, ਇੱਕ ਕੌਮ ਸਿਰਜੀ, ਚਿੜੀਆਂ ਬਾਜ਼ ਤੁੜਾਇਆ, 1.25 ਲੱਖ ਨਾਲ ਇੱਕ ਲੜਾਇਆ। ਇੱਕ ਵਾਕ 9 ਸਾਲ ਦੇ ਬਾਲਕ ਨੇ, 9 ਸਾਲ ਦੇ ਬਾਲਕ ਦੇ ਇੱਕ ਵਾਕ, ਇੱਕ ਫਿਕਰੇ ਨੇ ਇੱਕ ਮੁਲਕ, ਇੱਕ ਧਰਮ ਬਚਾਇਆ, ਇੱਕ ਕੌਮ ਸਿਰਜੀ, ਚਿੜੀਆਂ ਬਾਜ਼ ਤੁੜਾਇਆ, 1.25 ਲੱਖ ਨਾਲ ਇੱਕ ਲੜਾਇਆ। ਇੱਕ ਵਿਸ਼ਵਾਸ, ਇੱਕ ਵਾਕ, ਇੱਕ ਵਾਕ, ਇੱਕ ਵਿਸ਼ਵਾਸ, ਇੱਕ ਯਕੀਨ ਕੀ ਕੁਝ ਕਰ ਵਿਖਾਉਂਦਾ ਹੈ। ਇੱਕ ਵਾਕ, ਇੱਕ ਫਿਕਰੇ ਦੀ ਕਿੰਨੀ ਤਾਕਤ ਹੁੰਦੀ ਹੈ। ਇੱਕ ਵਾਕ, ਇੱਕ ਫਿਕਰੇ ਦੀ ਕਿੰਨੀ ਤਾਕਤ ਹੁੰਦੀ ਹੈ। ਸ਼ੁਕਰੀਆ। बहुत खूबसूरत। वाह वाह। बहुत सिर्जी, बहुत अच्छे डॉक्टर साहब। शुक्रिया सर। ਬਹੁਤ ਪਿਆਰੇ ਸ਼ਬਦ ਔਰ ਬਹੁਤ ਸੂਖਮਤਾਈ ਦੇ ਨਾਲ ਤੁਸੀਂ ਆਪਣੀ ਰਚਨਾ ਰੱਖੀ ਹੈ ਔਰ ਸਾਰਿਆਂ ਨੂੰ ਹੀ ਮਤਲਬ ਖਾਮੋਸ਼ ਕਰ ਦਿੱਤਾ। ਇਹਨੇ ਤੁਹਾਡੇ ਸ਼ਰਧਾ ਭੇਜੇ ਤੇ ਇਹ ਸ਼ਬਦ ਜਿਹੜੇ ਇਹਨਾਂ ਦਾ ਮੁੱਲ ਕੋਈ ਨਹੀਂ ਇਹਨਾਂ ਸ਼ਬਦਾਂ ਦਾ। ਤੁਹਾਡਾ ਸ਼ੁਕਰੀਆ ਡਾਕਟਰ ਸਾਹਿਬ। ਤੇ ਮੈਂ ਹੁਣ
ਮਲੇਰਕੋਟਲਾ ਤੋਂ ਡਾਕਟਰ ਰਬੀਨਾ ਸ਼ਬਨਮ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਹਾਜ਼ਰੀ ਲਵਾਉਣ। ਡਾਕਟਰ ਰਬੀਨਾ ਹੋਰੀ ਜਦੋਂ ਵੀ ਅਸੀਂ ਬਹੁਤ ਰੁੱਝੇ ਹੁੰਦੇ ਆ ਫੋਨ ਕਰਦੇ ਆ ਤਾਂ ਇਹ ਸਾਡਾ ਹਮੇਸ਼ਾ ਮਾਣ ਰੱਖਦੇ ਨੇ। ਡਾਕਟਰ ਰਬੀਨਾ ਸ਼ਬਨਮ ਮਲੇਰਕੋਟਲਾ। बहुत बहुत शुक्रिया पुंग्यानवी साहब। मेरी नज्म का उन्वान है हिंद की चादर तेग बहादुर। जी बहुत अच्छा। और मुसद्दस में मैंने नज्म लिखी है कि क्या मुबारक थी घड़ी जिस दम हुआ तेरा जन्म, क्या मुबारक थी घड़ी जिस दम हुआ तेरा जन्म, शिर्क के बादल लगे उड़ने हवा में यक कलम, तेरा दम भरने लगे अहले जमाना दम बदम, तोड़ डाले मुनकरों के कुफ्र के तूने सनम, हक की खातिर मिटने वाला दहर में मशहूर है, जो तुझे मंजूर है वो हक को भी मंजूर है। जात तेरी मुकद्दस, अच्छा है, शुक्रिया। जात है तेरी मुकद्दस बरगजीदा बेमिसाल, जात है तेरी मुकद्दस बरगजीदा बेमिसाल, बाकमालों ने किया तस्दीक है तेरा कमाल, है मुबारक आंख जिसने कर लिया तेरा जमाल, जात अल्लाह हुस्समद में महब था तेरा ख्याल, अहले आलम के लिए तू वाजिबुत ताजीम है, सर खमीदा जानो दिल से तुझको सद तस्लीम है। मैं दिलो जान झुकाकर तुझे सलाम पेश करती हूँ। तेरा मसलक था निराला दहर में है खुश कलाम, तेरा मसलक था निराला दहर में है खुश कलाम, बा मुसलमा अल्लाह अल्लाह बाब रहमन राम राम, अहले आलम के शुक्रिया। तेरा मसलक था निराला दहर में है खुश कलाम, बा मुसलमा अल्लाह अल्लाह बाब रहमन राम राम, अहले आलम कुदसियों के तुझ पे हों लाखों सलाम, फख्र तेरी जात पर है कर रहा दारुस्सलाम, नाम है जिंदा तेरा हम नाम पर कुर्बान हैं, नाम की बरकत से लाखों मुश्किलें आसान हैं। बहुत अच्छे, शुक्रिया। और अगला बंद है, क्या हयात जाविदां से जिंदा तेरा नाम है, क्या हयात जाविदां से जिंदा तेरा नाम है, जिस तरह आगाज था बेहतर तेरा अंजाम है, वक्त आखिर लब पे अल्लाह वहगरू है राम है, जिक्र की मैं से हुआ लबरेज तेरा जाम है, सारे आलम की तुझे तो बेहतरी मंजूर थी, कोई आए जात तेरी खल्क में मशहूर थी। और नज़्म का आखिरी बंद पेश कर रही हूँ कि जो हुआ पैदा जहां में बूद से नाबूद है, पेश हक तू आलिम असरार में मौजूद है, जो शहीद हो जाते हैं वो कभी मरते नहीं, वो जिंदा हैं। जो हुआ पैदा जहां में बूद से नाबूद है, पेश हक तू आलिम असरार में मौजूद है, नूर के पर्दे से जाहिर शाहिदो मशहूद है, जो चला तालीम पर तेरा हुआ मसऊद है, हिंद की चादर है तू क्या लब पे तेरा नाम है, वाह गुरु जी की फतेह से फतेह सुबह शाम है। बहुत अच्छा डॉक्टर रबीना शबनम जी, ਤੁਸੀਂ ਬੜੀ ਪਿਆਰੀ ਜ਼ੁਬਾਨ ਉਰਦੂ ਜ਼ੁਬਾਨ ਨੂੰ ਅਸੀਂ ਸਾਰੇ ਪਿਆਰ ਕਰਦੇ ਹਾਂ ਦੇਸ਼ ਦੁਨੀਆ 'ਚ ਬੈਠੇ ਹੋਏ। ਬੜੀ ਪਿਆਰੀ ਸ਼ਬਦਾਵਲੀ, ਬੜੇ ਪਿਆਰੇ ਅਹਿਸਾਸ, ਬੜੇ ਪਿਆਰੇ ਜਜ਼ਬਾਤ ਸਨ ਤੁਹਾਡੇ ਤੇ ਸ਼ੁਕਰੀਆ। ਹੁਣ ਮੈਂ ਬਰਨਾਲਾ ਦੀ ਧਰਤੀ ਤੋਂ ਪਰ ਹੁਣ ਅੰਬਾਲੇ ਡਾਕਟਰ ਸੁਦਰਸ਼ਨ ਗਾਸੋ ਸਾਡੇ ਬੜੇ ਪਿਆਰੇ ਮਿੱਤਰ ਤੇ ਆਪਣੇ ਪਿਤਾ ਪੰਜਾਬ ਸਾਹਿਤ ਰਤਨ ਡਾਕਟਰ ਓਮ ਪ੍ਰਕਾਸ਼ ਗਾਸੋ ਹੋਰਾਂ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰ ਰਹੇ ਨੇ ਡਾਕਟਰ ਸੁਦਰਸ਼ਨ ਗਾਸੋ। ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਰਚਨਾ ਨਾਲ ਹਾਜ਼ਰੀ ਲਵਾਉਣ। ਡਾਕਟਰ ਗਾਸੋ। डॉक्टर सुदर्शन गासो जी। डॉक्टर सुदर्शन गासो मैनू लगता कि शायद ऑफलाइन हो गए ने, ਜਿਹੜੇ ਕਿਤੇ ਦਿਖਾਈ ਵੀ ਨਹੀਂ ਦੇ ਰਹੇ ਸਾਡੇ ਮਿੱਤਰਾਂ 'ਚ। ਤੋ ਆਪਾਂ ਉਹਨਾਂ ਨੂੰ ਫਿਰ ਲੈ ਲੈਣੇ ਆ। ਤਾਂ ਮੈਂ ਹੁਣ ਬੜੇ ਅਦਬ ਦੇ ਨਾਲ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਿਨ੍ਹਾਂ ਨੇ ਹੁਣੇ ਤਕਨੀਕ ਸਿੱਖੀ ਹੈ ਜ਼ੂਮ ਦੇ ਵਿੱਚ ਆਉਣ ਦੀ ਤੇ ਵਾਰ-ਵਾਰ ਬੇਨਤੀਆਂ ਕੀਤੀਆਂ, ਕਸ਼ਿਸ਼ ਹੁਸ਼ਿਆਰਪੁਰੀ ਜੀ ਨੂੰ, ਔਰ ਸਾਡੀਆਂ ਬੇਨਤੀਆਂ ਨੂੰ ਕਬੂਲ ਕੀਤਾ, ਜਿਹੜੇ ਮੱਥੇ ਸਵੀਕਾਰ ਕੀਤਾ ਤੇ
ਅੱਜ ਸਾਡੇ ਨਾਲ ਆਨਲਾਈਨ ਨੇ। ਕਸ਼ਿਸ਼ ਹੁਸ਼ਿਆਰਪੁਰੀ। ਕਸ਼ਿਸ਼ ਇੱਕ ਸ਼ਬਦ ਐਸਾ ਸ਼ਬਦ ਹੈ ਜਿਹੜਾ ਜਿਹੜਾ ਸਾਰਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਤੇ ਇਹਨਾਂ ਦੀ ਰਚਨਾ ਵੀ ਜਿਹੜੀ ਆ ਖਿੱਚ ਪਾਊ ਹੋਊਗੀ। ਕਸ਼ਿਸ਼ ਹੁਸ਼ਿਆਰਪੁਰੀ ਜੀ ਸਾਡੇ ਸਨਮੁਖ ਹੋਣਗੇ। तमाम दोस्तों को आदाब। आदाब। तमाम दोस्तों को आदाब हुजूर। आदाब आदाब जनाब। जैसा कि आप जानते हैं उर्दू जबान हमारे सूबे में अजनबी की हैसियत रखती है, मगर फिर भी उर्दू की शमा जलाकर बैठा हुआ हूँ। बहुत अच्छी बात। दिलो जान से उसकी खिदमत कर रहा हूँ और पातर साहब के हुक्म पर आपकी मोहब्बत में हाजिर हूँ। जैसा कि आप जानते हैं और तारीख शाहिद है, हमारे तमाम गुरु साहिबान की अपनी अपनी अजमत है, मगर आज हम गुरु तेग बहादुर जी को अपना कलाम नजर कर रहे हैं। आइए यहाँ से आगाज करते हैं। उसके लहू के कतरों की कीमत न पूछिए, उसके लहू के कतरों की कीमत न पूछिए, कितनी अजीम थी वो शहादत न पूछिए। कितनी अजीम थी वो शहादत न पूछिए, तारीख पढ़ के देखिए लग जाएगा पता, तारीख पढ़ के देखिए लग जाएगा पता, उस जानिसारे कौम की अजमत न पूछिए, उस जानिसारे कौम की अजमत न पूछिए। और यहाँ से शेर देखें कि रहे हयात में इरफां की रोशनी देकर, रहे हयात में इरफां की रोशनी देकर, हमें नवाज दिया ज़ौक़े बंदगी देकर, हमें नवाज दिया ज़ौक़े बंदगी देकर। और यहाँ से बतौर खास ये शेर के हमारे दीन का नामो निशान भी मिट जाता, हमारे दीन का नामो निशान भी मिट जाता, बचा लिया है हमें अपनी जिंदगी देकर, बचा है हमें अपनी जिंदगी देकर। और ये शेर भी बतौर खास देखें, हर एक मुरीद को बख्शी हैं अजमतें क्या क्या, हर एक मुरीद को बख्शी हैं अजमतें क्या क्या, मताए इल्म के हमराह सादगी देकर, मताए इल्म के हमराह सादगी देकर। और यहाँ से सिख पंथ के नाम ये 4 मिसरे। ये बात नहीं है कि ये तलवार से फैला, बात नहीं है कि ये तलवार से फैला, सिख पंथ जहां आपके किरदार से फैला, आपके किरदार से फैला। और इस पंथ में एक जज्बा ईसार बहुत है, ईसार के मानी कुर्बानी के हैं। इस पंथ में एक जज्बा ईसार बहुत है, इस वास्ते दुनिया में ये रफ्तार से फैला, बहुत अच्छा, दुनिया में रफ्तार से फैला। बहुत अच्छा। और ये बतौर खास ये शेर देखें कि एक मतलब एक शेर है कि किसी पे जुल्म किया है न सर बुरीद किया, किसी पे जुल्म किया है न सर बुरीद किया, बड़े खुलूस से हर शख्स को मुरीद किया, खुलूस से हर शख्स को मुरीद किया। और बतौर खास ये शेर जो जिसके लिए मैंने ये मतलब कहा, हम उस दयार का पानी भी पी नहीं सकते, हम उस दयार का पानी भी पी नहीं सकते, कशिश हमारे गुरु को यहाँ शहीद किया, हम उस दयार का पानी भी पी नहीं सकते, कशिश हमारे गुरु को यहाँ शहीद किया। और ये 4 मिसरे और देख लीजिए कि जैसा कि आप सभी जानते हैं कि गुरु जी का जो कलाम है वो सारा बैरागमयी है और एक जिंदगी का फलसफा है उनके कलाम में। तो वहीं से ये 4 मिसरे आए हैं। देखें कि मार्फत की हमें जिंदगी दे गए, मार्फत की हमें जिंदगी दे गए, उनके नक्शे कदम रोशनी दे गए, उनके नक्शे कदम रोशनी दे गए। और जिसकी हमको खुमारी रहे उम्र भर, जिसकी हमको खुमारी रहे उम्र भर, आप ऐसी हमें बेखुदी दे गए, आप ऐसी हमें बेखुदी दे गए। और ये 4 मिसरे भी बतौर खास कि यकीन रखती है जो कौम सर कटाने में, यकीन रखती है जो कौम सर कटाने में, कोई मिटा नहीं सकता उसे जमाने में। यकीन
रखती है जो कौम सर कटाने में, कोई मिटा नहीं सकता उसे जमाने में। और शेर बतौर खास के कोई मिसाल नहीं मिलती अजमतों की कशिश, कोई मिसाल नहीं मिलती अजमतों की कशिश, जियाले ऐसे हुए हैं अब आप आपके, जो बोलोगे वो जाएंगे। जियाले ऐसे हुए हैं आपके घराने में। ये फिर से सुना दीजिए, फिर से एक बार दोबारा यकीन रखती है, शुक्रिया, बहुत मेहरबानी। और ये देखिए कि यकीन रखती है जो कौम सर कटाने में, नहीं सकता उसे जमाने में। बहुत अच्छा, बहुत अच्छा। बहुत कोई मिसाल नहीं मिलती अजमतों की कशिश, जियाले ऐसे हुए आपके घराने में, जियाले ऐसे हुए आपके घराने में। और आखिर में ये 4 मिसरे समाप्त फरमाइए। उसके बाद याद के हर बशर की रूह को सरशार करने आए थे, हर बशर की रूह को सरशार करने आए थे, जिंदगी के रास्ते हमवार करने आए थे। बहुत अच्छा। नाम का और शब्द का एक फलसफा देकर कशिश, नाम का और शब्द का एक फलसफा देकर कशिश, वो जमाने वालों को बेदार करने आए थे। वाह जी वाह। कशिश ਹੁਸ਼ਿਆਰਪੁਰੀ ਜੀ, ਤੁਸੀਂ ਵਾਕਿਆ ਹੀ ਆਪਣੇ ਸ਼ਬਦਾਂ ਦੇ ਨਾਲ, ਆਪਣੇ ਸ਼ਬਦਾਂ ਦੇ ਜਾਦੂ ਦੇ ਨਾਲ ਗੁਰੂ ਜੀ ਪ੍ਰਤੀ ਇੰਨੇ ਸੁੰਦਰ ਸ਼ਬਦ ਜਿਹੜੇ ਹੈ ਜਿਹਨਾਂ ਦਾ ਕੋਈ ਮੋਲ ਨਹੀਂ ਹੈ ਵਰਤੇ ਹਨ, ਤੇ ਬੜੀ ਹੀ ਭਾਵਨਾਤਮਕ ਤੇ ਸ਼ਰਧਾਤਮਕ ਜਿਹੜੀ ਰਚਨਾ ਹੈ ਉਹ ਪੇਸ਼ ਕੀਤੀ ਹੈ। ਤਾਂ ਤੁਹਾਡਾ ਬਹੁਤ ਧੰਨਵਾਦ। ਤੇ ਮੈਂ ਜਿਵੇਂ ਕਿ ਪਹਿਲਾਂ ਕਿਹਾ ਸੀ, ਡਾਕਟਰ ਸੁਦਰਸ਼ਨ ਗਾਸੋ ਬਰਨਾਲੇ ਤੋਂ ਅੰਬਾਲੇ ਤੱਕ, ਤੇ ਬਰਨਾਲੇ ਦੇ ਵਿੱਚ ਆਪਣੇ ਪਿਤਾ ਓਮ ਪ੍ਰਕਾਸ਼ ਗਾਸੋ ਪੰਜਾਬ ਸਾਹਿਤ ਰਤਨ ਜਿਹੜੇ ਕਿ ਇਸ ਵੇਲੇ ਸਭ ਤੋਂ ਵਡੇਰੀ ਉਮਰ ਦੇ ਲੇਖਕ ਨੇ, ਉਹਨਾਂ ਦੇ ਹੋਣਹਾਰ ਸਪੁੱਤਰ, ਉਹਨਾਂ ਦੀ ਸਾਹਿਤਕ ਪਰੰਪਰਾ ਨੂੰ ਅੱਗੇ ਜਾਰੀ ਰੱਖ ਰਹੇ ਨੇ। ਸੁਦਰਸ਼ਨ ਗਾਸੋ ਸਾਡੇ ਨਾਲ ਜੁੜ ਗਏ ਨੇ। ਗਾਸੋ ਸਾਹਿਬ, ਸਵਾਗਤ ਹੈ ਜੀ ਆਪਣੀ ਰਚਨਾ ਨਾਲ ਤੁਹਾਡਾ। ਮਿਹਰਬਾਨੀ ਜਨਾਬ ਘੁਗਿਆਣਵੀ ਜੀ। ਮੈਂ ਪਹਿਲਾਂ ਤਾਂ ਬਹੁਤ ਬਹੁਤ ਸਾਰੇ ਕਵੀ ਸੱਜਣਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਤੇ 400 ਸਾਲਾਂ ਤੇ ਮੁਬਾਰਕਬਾਦ ਪੇਸ਼ ਕਰਦਾ। ਦੋਸਤੋ, ਜਿੱਦਾਂ ਕਿ ਦੱਸਿਆ ਘੁਗਿਆਣਵੀ ਜੀ ਨੇ, ਮੈਂ GMN ਕਾਲਜ ਅੰਬਾਲਾ ਕੈਂਟ 'ਚ ਪੰਜਾਬੀ ਦਾ ਪ੍ਰੋਫੈਸਰ ਹਾਂ। 15 ਕਿਤਾਬਾਂ ਲਿਖੀਆਂ ਨੇ, ਤੇ ਮੈਨੂੰ ਇਸ ਗੱਲ ਦਾ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਪਾਤਰ ਸਾਹਿਬ ਨੇ, ਘੁਗਿਆਣਵੀ ਸਾਹਿਬ ਨੇ ਔਰ ਇੰਨੇ ਪਿਆਰੇ ਕਵੀਆਂ ਦੇ ਵਿੱਚ ਮੌਕਾ ਦਿੱਤਾ ਕਿ ਮੈਂ ਗੁਰੂ ਤੇਗ ਬਹਾਦਰ ਜੀ ਬਾਰੇ ਆਪਣੇ ਸਤਿਕਾਰ ਨੂੰ ਪੇਸ਼ ਕਰ ਸਕਾਂ। ਤੇ ਇਸ ਕਵਿਤਾ ਦਾ ਸਿਰਲੇਖ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਜਦਾ ਕਰਦੇ। ਰਾਜਾ ਉਹ ਹੁੰਦਾ ਹੈ ਜੋ ਪ੍ਰਜਾ ਦੀ ਰੱਖਿਆ ਕਰੇ, ਪਿਤਾ ਉਹ ਹੁੰਦਾ ਹੈ ਜੋ ਸੰਤਾਨ ਦੀ ਪਾਲਣਾ ਕਰੇ। ਰਾਜਾ ਉਹ ਹੁੰਦਾ ਹੈ ਜੋ ਪ੍ਰਜਾ ਦੀ ਰੱਖਿਆ ਕਰੇ, ਪਿਤਾ ਉਹ ਹੁੰਦਾ ਹੈ ਜੋ ਸੰਤਾਨ ਦੀ ਪਾਲਣਾ ਕਰੇ। ਹੇ ਮੇਰੇ ਦੇਸ਼ ਦੇ ਚੰਨ, ਹੇ ਮੇਰੇ ਦੇਸ਼ ਦੇ ਪਾਲਕ, ਤੂੰ ਸਾਡੇ ਦੇਸ਼ ਦਾ ਰਾਜਾ ਵੀ ਸੀ ਤੇ ਤੂੰ ਸਾਡੇ ਰਾਸ਼ਟਰ ਦਾ ਪਿਤਾ ਵੀ ਸੀ। ਰਾਜਾ ਉਹ ਹੁੰਦਾ ਹੈ ਜੋ ਪ੍ਰਜਾ ਦੀ ਰੱਖਿਆ ਕਰੇ, ਪਿਤਾ ਉਹ ਹੁੰਦਾ ਹੈ ਜੋ ਸੰਤਾਨ ਦੀ ਪਾਲਣਾ ਕਰੇ। ਹੇ ਮੇਰੇ ਦੇਸ਼ ਦੇ ਚੰਨ, ਹੇ ਮੇਰੇ ਦੇਸ਼ ਦੇ ਪਾਲਕ, ਤੂੰ ਸਾਡੇ ਦੇਸ਼ ਦਾ ਰਾਜਾ ਵੀ ਸੀ ਤੇ ਤੂੰ ਸਾਡੇ ਰਾਸ਼ਟਰ ਦਾ ਪਿਤਾ ਵੀ ਸੀ। ਨਾ ਦੁਨੀਆ ਤੇ ਤੇਰੇ ਜਿਹਾ ਕੋਈ ਰਾਜਾ ਹੋਇਆ, ਤੇ ਨਾ ਹੀ ਕੋਈ ਸੰਘਣਾ ਸਾਇਆ ਹੋਇਆ, ਨਾ ਹੀ ਤੇਰੇ ਜਿਹਾ ਕੋਈ ਪਿਤਾ ਹੋਇਆ। ਤੂੰ ਤਾਂ ਮੰਨਿਆ ਸੀ ਸਾਰੇ ਭਾਰਤ ਨੂੰ ਆਪਣੀ ਸੰਤਾਨ, ਤੇ ਉਸ ਸੰਤਾਨ ਦੀ ਰੱਖਿਆ ਲਈ ਉੱਠ ਤੁਰਿਆ ਆਨੰਦਪੁਰੋਂ ਦਿੱਲੀ ਨੂੰ, ਧਰਮ ਦੀ ਰੱਖਿਆ ਕਰਨ, ਸੀਸ ਕੁਰਬਾਨ ਕਰਨ, ਲੋਕਾਂ ਦੇ ਹੌਸਲੇ ਬਲਵਾਨ ਕਰ। ਤੇ ਉਸ ਸੰਤਾਨ ਦੀ ਰੱਖਿਆ ਲਈ ਉੱਠ ਤੁਰਿਆ ਆਨੰਦਪੁਰੋਂ ਦਿੱਲੀ ਨੂੰ, ਧਰਮ ਦੀ ਰੱਖਿਆ ਕਰਨ, ਸੀਸ ਕੁਰਬਾਨ ਕਰਨ, ਲੋਕਾਂ ਦੇ ਹੌਸਲੇ ਬਲਵਾਨ ਕਰਨ। ਠੰਡੀਆਂ ਰਾਤਾਂ 'ਚ, ਕੰਡਿਆਲੀਆਂ ਰਾਹਾਂ 'ਚ ਤੇਰਾ ਪਿਆਰ ਡੋਲਿਆ ਨਾ, ਜ਼ਾਲਮ ਔਰੰਗਜ਼ੇਬ ਨੇ ਸੱਚ ਤੋਲਿਆ ਨਾ। अच्छा है, बहुत अच्छा है। ਡਾਕਟਰ ਗਾਸੋ ਹੋਰਾਂ ਨੇ ਬੜੇ ਸੰਖੇਪ ਤੇ ਭਾਵਪੂਰਤ ਸ਼ਬਦਾਂ ਦੇ ਵਿੱਚ ਹਾਜ਼ਰੀ ਲਵਾਈ ਹੈ। ਔਰ ਸੱਚੀ ਗੱਲ ਹੈ, ਇਨਸਾਫ ਤੋਲਿਆ ਨਾ, ਹਨਾ, ਹਾਲੇ ਵੀ ਤਾਂ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ। ਸੋ ਵਧੇਰੇ ਵਿਸਥਾਰ 'ਚ ਨਾ ਜਾਂਦਾ ਹੋਇਆ ਮੈਂ ਪ੍ਰੋਫੈਸਰ ਜਗਮੋਹਨ ਸਿੰਘ ਉਦੈ ਹੋਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਕਵਿਤਾ ਦੇ ਨਾਲ ਉਦੈ ਹੋਣ। ਪ੍ਰੋਫੈਸਰ ਜਗਮੋਹਨ ਸਿੰਘ ਉਦੈ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਵੀ ਮਿੱਤਰਾਂ ਨੂੰ, ਸੁਰਜੀਤ ਪਾਤਰ ਜੀ ਨੂੰ, ਨਿੰਦਰ ਘੁਗਿਆਣਵੀ ਜੀ ਨੂੰ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ। ਮੈਂ ਬਹੁਤ ਮਸ਼ਕੂਰ ਹਾਂ
ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਆਨਲਾਈਨ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਦੇਣ ਲਈ ਮੇਰੀ ਕਵਿਤਾ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੈ ਤੇ ਇਸ ਦਾ ਸੁਰਲੇਖ ਹੈ ਆਖਰੀ ਖਾਹਿਸ਼। ਪੇਸ਼ ਹੈ ਕਵਿਤਾ ਆਖਰੀ ਖਾਹਿਸ਼। मेरे कातिल मेरे कत्ल तो पहला मेरी आखिरी ख्वाहिश ना पूछ। मेरे कातिल मेरे कत्ल तो पहला मेरी आखिरी ख्वाहिश ना पूछ। शायद तैनू नहीं पता कि ख्वाहिशां दी कड़ी दा कोई आखिरी सिरा ही नहीं हुंदा। मेरे कातिल मेरे कत्ल तो पहला मेरी आखिरी ख्वाहिश ना पूछ। शायद तैनू नहीं पता कि ख्वाहिशां दी कड़ी दा कोई आखिरी सिरा ही नहीं हुंदा। उंज भी मैं ख्वाहिशां दी गिरफ्त तो मुद्दत होई आजाद हो चुका हां। मेरे कातिल मेरे कत्ल तो पहला मेरी आखिरी ख्वाहिश ना पूछ। शायद तैनू नहीं पता कि ख्वाहिशां दी कड़ी दा कोई आखिरी सिरा ही नहीं हुंदा। उंज भी मैं ख्वाहिशां दी गिरफ्त तो मुद्दत होई आजाद हो चुका हां। आ अपनी तलवार दी धार नूं मेरी गर्दन ते अज़मा। आ अपनी तलवार दी धार नूं मेरी गर्दन ते अज़मा ते चांदनी चौक दी इस पीली पीच मिट्टी नूं लाल गुलाल कर दे। आ अपनी तलवार दी धार नूं मेरी गर्दन ते अज़मा ते चांदनी चौक दी इस पीली पीच मिट्टी नूं लाल गुलाल कर दे। जदों जदों भी मेरी शाह रग दा खून वहेगा, जदों जदों भी मेरी शाह रग दा खून वहेगा, खुला हुलास आएगा। तैनू मेरे डर तो लोकां नू मौत के डर तो निजात मिलेगी। तब्दीली दी पौड़ रुकेगी ते तेरे जुल्म दे लाल किले दी बुनियाद तिड़केगी। मेरे कातिल मेरे कत्ल तो पहला मेरी आखिरी ख्वाहिश ना पूछ। शायद तैनू नहीं पता कि ख्वाहिशां दी कड़ी दा कोई आखिरी सिरा नहीं हुंदा। उंज भी मैं ख्वाहिशां दी गिरफ्त चों मुद्दत होई आजाद हो चुका हां। आ अपनी तलवार दी धार नूं मेरी गर्दन ते अज़मा ते चांदनी चौक दी इस पीली पीच मिट्टी नूं लाल गुलाल कर दे। जदों जदों भी मेरी शाह रग दा खून वहेगा, खुला हुलास आएगा। तैनू मेरे डर तो लोकां नूं मौत दे डर तो निजात मिलेगी। तब्दीली दी पौड़ रुकेगी ते तेरे जुल्म दे लाल किले दी बुनियाद तिड़केगी। थैंक यू वेरी मच। वाह जी वाह, वाह जी वाह। उदय साहब बहुत ही ਭਾਵ ਭਿੰਨੇ ਜਜ਼ਬਾਤ ਨੇ, ਸ਼ਰਧਾਂਜਲੀ ਹੈ ਔਰ ਗੁਰੂ ਜੀ ਨੂੰ ਚੇਤੇ ਕੀਤਾ ਹੈ ਤੁਸੀਂ ਬਹੁਤ ਹੀ ਸੰਖੇਪ ਚ ਗਾਸੋ ਸਾਹਿਬ ਵਾਂਗੂ, ਪਰ ਜਜ਼ਬਾਤਾਂ ਦਾ ਵਹਿਣ ਤੇ ਸ਼ਬਦਾਂ ਦਾ ਸਮੁੰਦਰ ਇੱਕ ਅੰਦਰ ਸਾਡੇ ਜਲਾਓ ਇੱਕ ਠਾਠਾ ਮਾਰਦਾ ਗੁਰੂ ਜੀ ਪ੍ਰਤੀ। ਸਾਡੀ ਸਾਰਿਆਂ ਦੀ ਇੰਨੀ ਸਦਭਾਵਨਾ ਹੈ, ਇੱਕ ਸ਼ਰਧਾ ਹੈ ਜਿਹਦਾ ਕੋਈ ਮੁੱਲ ਨਹੀਂ ਹੈ। ਹੁਣ ਮੈਂ ਜਸਪ੍ਰੀਤ ਕੌਰ ਫਲਕ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਹਾਜ਼ਰੀ ਲਵਾਉਣ ਔਰ ਲੰਬੇ ਸਮੇਂ ਤੋਂ ਸਾਡੇ ਸਮਾਗਮਾਂ 'ਚ ਸ਼ਿਰਕਤ ਕਰਦੇ ਨੇ ਔਰ ਹਮੇਸ਼ਾ ਹੀ ਜਦੋਂ ਅਸੀਂ ਫੋਨ ਕਰਦੇ ਹਾਂ ਮੈਸੇਜ ਕਰਦੇ ਹਾਂ ਤਾਂ ਉਹਦਾ ਰਿਪਲਾਈ ਕਰਦੇ ਨੇ। ਜਸਪ੍ਰੀਤ ਕੌਰ ਫਲਕ ਹੋਰਾਂ ਨੂੰ ਬੜੇ ਪਿਆਰ ਨਾਲ, ਸ਼ਿੱਦਤ ਨਾਲ, ਅਹਿਸਾਸ ਨਾਲ ਕਵੀ ਦਰਬਾਰਾਂ 'ਚ ਉਡੀਕਿਆ ਵੀ ਜਾਂਦਾ, ਸੁਣਿਆ ਵੀ ਜਾਂਦਾ। ਫਲਕ ਜੀ ਆਇਆਂ ਨੂੰ बहुत बहुत शुक्रिया जी। बहुत ही खूबसूरत महफिल सजाई है। निंदा जी को इसके लिए, इसकी कामयाबी के लिए, एक सार्थक और सफल कार्यक्रम आयोजित करने के लिए बहुत बहुत मुबारकें। और वाणी की महत्ता को समर्पित करते हुए 4 मिसरों से अपनी बात की शुरुआत करती हूँ। कौम तेरी जो बेमिसाल है ये, कौम तेरी जो बेमिसाल है ये, तेरी वाणी का ही कमाल है ये। सबके चेहरों पे नूर है जो फलक, सबके चेहरों पे नूर है जो फलक, सच्ची वाणी का ही जलाल है ये, सच्ची वाणी का ही जलाल है ये। वाह, बहुत अच्छा। 4 मिसरे मैं गुरु तेग बहादुर जी को समर्पित करती हूँ। कौम की अजमत बढ़ा गए गुरु तेग बहादुर, कौम की अजमत बढ़ा गए गुरु तेग बहादुर, जीना
तेग बहादुर। वाह। कौम की अजमत बढ़ा गए गुरु तेग बहादुर, जीना हमें सिखा गए गुरु तेग बहादुर। धर्म बचाने की बात जब आई तो फलक, धर्म बचाने की बात जब आई तो फलक, शीश तक अपना कटा गए गुरु तेग बहादुर, शीश तक अपना कटा गए गुरु तेग बहादुर। अपने गीत से पहले मैं गुरु तेग बहादुर जी की वाणी, जो कि गुरु ग्रंथ साहिब जी का सार है, उनकी वाणी से प्रेरित होकर मैं अपनी रचना नौवें पातशाह श्री गुरु तेग बहादुर जी के चरणों में समर्पित करती हूँ। नौवें गुरु की वाणी असल में है जीवन का सार। नौवें गुरु की वाणी असल में है जीवन का सार, जिसको पढ़कर हर प्राणी हो जाता है सरशार। उनकी वाणी पढ़कर मिटता हर एक भेद भाव, उनकी वाणी पढ़कर मन में आता है ठहराव। जिसने नौवें महले के दिल से पढ़े श्लोक, जिसने नौवें महले के दिल से पढ़े श्लोक, उस प्राणी का तर जाता है लोक और परलोक। अच्छा, उस प्राणी का तर जाता है लोक और परलोक। गुरु तेग बहादुर सिमरिए, गुरु तेग बहादुर सिमरिए, करनौ ने दावे त्याए, फलक पड़े जो गुरबाणी, जीवन सफल हो जाए। फलक पड़े जो गुरबाणी, जीवन सफल हो जाए। बहुत खूब फलक जी। शुक्रिया जी, शुक्रिया। फलक जी बहुत हाँ जी, मेरा एक गीत गुरु तेग बहादुर जी के चरणों में। गुरु तेग बहादुर तू हिंद की चादर, गुरु तेग बहादुर तू हिंद की चादर, तू ही खालिक तू ही कादर, तू ही इस दुनिया का रहबर। गुरु तेग बहादुर तू हिंद की चादर, अपनी वाणी में समझाया, अपनी वाणी में समझाया, जिसने रब का नाम ते आया। 9 निधियों को उसने पाया, 84 से मुक्त कराया। तू है एक रहमत का सरवर, तू है एक रहमत का सरवर, गुरु तेग बहादुर तू हिंद की चादर। तेरी वाणी नेक बनाती, तेरी वाणी नेक बनाती, त्याग का हमको पाठ पढ़ाती। अंतर मन में जोत जलाती, तेरी वाणी नूर का पैकर, तेरी वाणी नूर का पैकर, गुरु तेग बहादुर तू हिंद की चादर। गुरु तेग बहादुर तू हिंद की चादर। और अंत में मैं, वैसे तो गुरु तेग बहादुर जी की जितनी भी वडियाई है, ऐसी शख्सियत है वो कि उनको लफ्जों में समेटना बहुत ही मुश्किल है। अंत में मैं उनको एक किरदार को समर्पित चंद पंक्तियां कहकर अपने शब्दों को विराम देती हूँ जी। जब्र जुल्म की लंबी एक कहानी का,
जब्र जुल्म की लंबी एक कहानी का, लाफानी किरदार है दुनिया फानी का। किया खात्मा औरंगजेब के जुल्मों का, किया खात्मा औरंगजेब के जुल्मों का। तेग बहादुर सूरज है कुर्बानी का, तेग बहादुर सूरज है कुर्बानी का। मुगल आज भी करते हैं चर्चा उस अभिमानी का, मुगल आज भी करते हैं चर्चा उस अभिमानी का। तेग बहादुर सूरज है कुर्बानी का, तेग बहादुर सूरज है कुर्बानी का। वाहिगुरु जी की फतेह जी फतेह। तेग बहादुर सूरज है ਕੁਰਬਾਨੀ का। बहुत बिल्कुल सच्चाई है। ਅੱਜ ਵੀ ਅਸੀਂ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ, ਕੁਰਬਾਨੀ ਨੂੰ, ਮਹਿਮਾ ਨੂੰ, ਉਹਨਾਂ ਦੀ ਸ਼ਖਸੀਅਤ ਨੂੰ, ਜੀਵਨੀ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਔਰ ਬੜਾ ਹੀ ਮਨ ਵਿਰਾਗ ਵਿੱਚ ਆ ਜਾਂਦਾ ਹੈ ਕਿ ਇੰਨੇ ਮਹਾਂਪੁਰਖਾਂ ਨੇ, ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ ਸਾਡੇ ਵਾਸਤੇ ਸਾਰਾ ਸਰਬੰਸ ਵਾਰ ਦਿੱਤਾ, ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਸੋ ਤੁਹਾਡੀ ਰਚਨਾ ਦਾ ਬਹੁਤ ਬਹੁਤ ਧੰਨਵਾਦ ਫਲਕ ਜੀ। ਹੁਣ ਮੈਂ ਉਸ ਸ਼ਖਸੀਅਤ ਨੂੰ ਬੇਨਤੀ ਕਰਦਾ ਦਿੱਲੀ ਤੋਂ ਔਰ ਜਿਨਨੇ ਹਮੇਸ਼ਾ ਪੰਜਾਬੀਅਤ, ਪੰਜਾਬੀ ਮਾਂ ਬੋਲੀ ਨੂੰ ਉਹਦੀ ਬੜੋਤਰੀ ਵਾਸਤੇ ਬੜਾ ਵੱਡਾ ਕੰਮ ਕੀਤਾ ਹੈ। ਆਲੋਚਨਾ ਵੀ ਕਰਦੇ ਨੇ, ਸਾਹਿਤ ਸਮੀਖਕ ਨੇ, ਨਾਲ ਦੀ ਨਾਲ ਸ਼੍ਰੋਮਣੀ ਪੰਜਾਬੀ ਕਵਿੱਤਰੀ ਵੀ ਨੇ ਔਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਪ੍ਰਾਪਤ ਹੋਇਆ। ਮੇਰੀ ਮੁਰਾਦ ਡਾਕਟਰ ਵਨੀਤਾ ਜੀ ਤੋਂ ਹੈ। ਵਨੀਤਾ ਜੀ ਤੁਹਾਡਾ ਸਵਾਗਤ ਹੈ ਤੁਹਾਡੀ ਰਚਨਾ ਦੇ ਨਾਲ। शुक्रिया निंदर कुग्यानवी जी। मैं गुरु तेग बहादुर साहब ते कविता पढ़न तो पहला ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਜਦੋਂ ਪਹਿਲਾਂ ਵੀ ਇੱਕ ਪ੍ਰੋਗਰਾਮ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ, ਜਦੋਂ ਉਹਨਾਂ ਦੇ ਜਨਮ ਦਿਨ ਤੇ, ਤਾਂ ਪਾਤਰ ਸਾਹਿਬ ਦਾ ਮੈਨੂੰ ਫੋਨ ਆਇਆ, ਕਹਿੰਦੇ ਵਨੀਤਾ ਗੁਰੂ ਤੇਗ ਬਹਾਦਰ ਸਾਹਿਬ ਤੇ ਕੋਈ ਕਵਿਤਾ ਲਿਖੀ ਹੈ? ਮੈਂ ਕਿਹਾ ਨਹੀਂ ਪਾਤਰ ਜੀ, ਮੈਂ ਤਾਂ ਕਦੇ ਵੀ ਨਹੀਂ ਲਿਖੀ। ਹਾਲਾਂਕਿ ਗੁਰੂ ਤੇਗ ਬਹਾਦਰ ਕਾਲਜ ਚ ਪੜ੍ਹਾਉਂਦੀ ਰਹੀ ਹੈ 20 ਸਾਲ, ਪਰ ਮੈਂ ਕਵਿਤਾ ਕੋਈ ਨਹੀਂ ਲਿਖੀ। ਕਹਿੰਦੇ ਹੁਣੇ ਬਹਿ ਜਾ, ਅੰਤਰ ਧਿਆਨ ਹੋ ਤੇ ਮੈਨੂੰ ਫਟਾਫਟ 3 ਵਜੇ ਰਿਕਾਰਡਿੰਗ ਕਰਨੀ ਹੈ ਕਵਿਤਾ ਦੀ। ਯੂ ਬਿਲੀਵ ਮੀ, ਮੈਂ ਉਸੇ ਵੇਲੇ, ਜਿਸ ਤਰ੍ਹਾਂ ਕੋਈ ਬੜਾ ਓਬੀਡੀਐਂਟ ਬੱਚਾ ਹੁੰਦਾ ਨਾ, ਉਸੇ ਵੇਲੇ ਮੈਂ ਬੈਠ ਗਈ, ਕਿਉਂਕਿ ਰਗ ਰਗ ਚ ਉਹਨਾਂ ਦੀ ਫਿਲਾਸਫੀ ਤਾਂ ਸਮਾਈ ਹੋਈ ਹੈ। ਔਰ ਮੈਂ ਉਸੇ ਵੇਲੇ ਨਾ 2 ਕਵਿਤਾ ਮੇਰੇ ਤੋਂ ਲਿਖ ਹੋ ਗਈਆਂ ਤੇ ਇੱਕ ਉਦੋਂ ਫਿਰ ਮੈਂ ਪੇਸ਼ ਕੀਤੀ ਤੇ ਇੱਕ ਮੈਂ ਹਾਲੇ ਰੱਖੀ ਹੋਈ ਸੀ। ਤੇ ਇਹ ਕਵਿਤਾ ਜਿਹੜੀ ਹੈ ਇਹ ਪਾਤਰ ਜੀ ਦੀ ਦੇਣ ਹੈ ਕਿ ਵੀ ਉਹਨਾਂ ਨੇ ਮੈਨੂੰ ਪ੍ਰੇਰਿਆ ਤੇ ਮੇਰੇ ਤੋਂ ਲਿਖ ਹੋ ਗਈਆਂ। ਤੇ ਅੱਜ ਉਹ ਜਿਹੜੀ ਦੂਜੀ ਨਜ਼ਮ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਉਹ ਹੈ ਰਾਗ ਤੇਰਾ ਨਿਰਾਲਾ ਸਤਿਗੁਰ। ਰਾਗ ਤੇਰਾ ਨਿਰਾਲਾ ਸਤਿਗੁਰ। ਰਾਗ ਤੇਰਾ ਨਿਰਾਲਾ ਸਤਿਗੁਰ, ਰਾਗ ਵੀ ਤੂੰ ਬੈਰਾਗ ਵੀ ਤੂੰ। ਰਾਗ ਵੀ ਤੂੰ ਬੈਰਾਗ ਵੀ ਤੂੰ, ਤੇਰਾ ਰਾਗ ਨਿਰਾਲਾ ਸਤਿਗੁਰ, ਦੇ ਇੱਕ ਸੁਰ ਦਾ ਦਾਨ। ਸੁਰ ਦਾ ਦਾਨ। ਸਥਾਈ ਤੇਰੀ ਦਇਆ ਕਰੁਣਾ, ਸਥਾਈ ਤੇਰੀ ਦਇਆ ਕਰੁਣਾ, ਵੈ ਰਾਗ ਤੇਰਾ ਆਲਾਪ, ਆਲਾਪੇ ਮਹਾ ਸ੍ਰਿਸ਼ਟ ਦਾ ਸਾਰ, ਪ੍ਰਭ ਜੀ ਦੇ ਇੱਕ ਸੁਰ ਦਾ ਦਾਨ। ਪ੍ਰਭ ਜੀ ਦੇ ਇੱਕ ਸੁਰ ਦਾ ਦਾਨ। ਗਾਵੇਂ ਗੌੜੀ ਆਸਾ ਦੇਵ ਕੰਧਾਰੀ, ਬਿਹਾਗੜਾ ਸੋਰਠ ਧਨਾ ਸ਼੍ਰੀ, ਜੈਤਸਰੀ ਟੋਡੀ ਤਿਲੰਗ ਬਿਲਾਵਲ, ਰਾਮਕਲੀ ਮਾਰੂ ਬਸੰਤ ਸਾਰੰਗ, ਪ੍ਰਭ ਜੀ ਦੇ ਇੱਕ ਸੁਰ ਦਾ ਦਾਨ, ਦੇ ਇੱਕ ਸੁਰ ਦਾ ਦਾਨ। वाह वाह वनीता जी वाह, माशाल्लाह। बहुत शुक्रिया जी। ਉਹਨਾਂ ਨੇ 15 ਰਾਗਾਂ ਚ ਬਾਣੀ ਰਚੀ ਹੈ ਨਾ ਤੇ 14 ਦਾ ਜ਼ਿਕਰ ਕੀਤਾ, 15ਵਾਂ ਆ ਲਾਪੇ ਭਾਵੇਂ ਜੈ ਜੈਵੰਤੀ। ਆ ਲਾਪੇ ਭਾਵੇਂ ਜੈ ਜੈਵੰਤੀ,
विच रागां दे उचरे बाणी रमिया तेरे सब बोला अंदर करुणा त्याग दा महागान। बहुत अच्छे रमिया तेरे सब बोला अंदर करुणा त्याग दा महागान प्रभ जी दे एक सुर दा दान। सील संजम संगीत है तेरा, सील संजम संगीत है तेरा, प्यार बलिदान तेरी तान, राग तेरा बैराग तेरा, तेरा राग महान प्रभ जी दे एक सुर दा दान। गावे गौर फरमाना, गावे अत दृष्ट दी आरोही तो, गावे अत दृष्ट दी आरोही तो सम दृष्ट अवरोही दा गान। गावे अत दृष्ट दी आरोही तो सम दृष्ट अवरोही दा गान, दया कर नाथ मया कर सतगुर, दया कर नाथ मया कर सतगुर, बेसुरे जगत नू सुर विच कर, बेसुरे जगत नू सुर विच कर, एक मुरकी एक कण एक हरकत, एक मुरकी एक कण एक हरकत, देव प्रभु जी दान, देव प्रभु जी दान, तेरा राग निराला सतगुर दे सुरदा एक दान। बहुत बहुत शुक्रिया। बहुत खूबसूरत, बहुत अच्छा। वनीता जी ਤੁਸੀਂ ਪਹਿਲੀ ਰਚਨਾ ਸੁਣਾਈ ਸੀਗੀ ਮੈਨੂੰ ਯਾਦ ਹੈ, ਤੇ ਅੱਜ ਤੁਸੀਂ ਦੂਜੀ ਰਚਨਾ ਵੀ ਸਾਨੂੰ ਸੁਣਾਈ ਹੈ ਬੜੇ ਪਿਆਰੇ ਸ਼ਬਦਾਂ ਦੇ ਨਾਲ, ਬੜੇ ਸਤਿਕਾਰੇ ਸ਼ਬਦਾਂ ਦੇ ਨਾਲ, ਬੜੇ ਆਦਰਣਮਈ ਸ਼ਬਦਾਂ ਦੇ ਨਾਲ ਤੁਸੀਂ ਹਾਜ਼ਰੀ ਲਵਾਈ ਹੈ। ਔਰ ਤੁਸੀਂ ਹਮੇਸ਼ਾ ਸਾਨੂੰ ਪਿਆਰ ਦਿੰਦੇ ਹੋ, ਮੋਹ ਦਿੰਦੇ ਹੋ, ਇਹ ਸਾਨੂੰ ਸਾਡੇ ਵਾਸਤੇ ਬਹੁਤ ਚੰਗੀ ਗੱਲ ਹੈ। ਤੋ ਦੋਸਤੋ ਕਮਾਲ ਦੀ ਗੱਲ ਹੈ ਕਿ ਪਾਤਰ ਸਾਹਿਬ ਜਦੋਂ ਵੀ ਚੋਣ ਕਰਦੇ ਆ ਤੇ ਉਹ ਚੋਣ ਬੜੀ ਸਮਿਟਰੀ ਜਿਹੜੀ ਬਣਾਉਂਦੇ ਆ ਤੇ ਬੜੀ ਕਮਾਲ ਦੀ ਹੁੰਦੀ ਹੈ। ਅੱਜ ਉਰਦੂ, ਹਿੰਦੀ, ਪੰਜਾਬੀ ਮਤਲਬ ਤਿੰਨੋਂ ਭਾਸ਼ਾਵਾਂ ਦੇ ਸਾਡੇ ਕਵੀ, ਸਾਡੇ ਸਿਰਮੌਰ ਕਵੀ ਜਿਨ੍ਹਾਂ ਨੂੰ ਮਾਣਿਆ ਜਾਂਦਾ ਹੈ, ਪਿਆਰਿਆ ਜਾਂਦਾ ਹੈ, ਸ਼੍ਰੋਮਣੀ ਕਵੀ ਨੇ ਸਾਡੇ, ਤੇ ਉਹ ਪੇਸ਼ ਕੀਤੇ ਨੇ। ਤੇ ਮੈਂ ਹੁਣ ਡਾਕਟਰ ਨਦੀਮ ਅਹਿਮਦ ਸਾਹਿਬ ਨੂੰ ਅੰਤ ਉੱਤੇ ਗੁਜ਼ਾਰਿਸ਼ ਕਰ ਰਿਹਾ ਕਿ ਉਹ ਤੁਹਾਡੇ ਸਨਮੁਖ ਹੋਣ। ਇਹ ਵੀ ਸਾਨੂੰ ਬਹੁਤ ਪਿਆਰ ਦਿੰਦੇ ਆ, ਮਤਲਬ ਪਿਆਰ ਤਾਂ ਸਾਨੂੰ ਸਾਰੇ ਹੀ ਦਿੰਦੇ ਆ, ਜਿਹੜੇ ਜ਼ਿਆਦਾ ਪਿਆਰ ਦਿੰਦੇ ਆ ਉਹਨਾਂ ਨੂੰ ਫਿਰ ਅਸੀਂ ਜ਼ਿਆਦਾ ਸ਼ਬਦਾਂ ਦੇ ਨਾਲ ਮੁਖਾਤਬ ਹੁੰਦੇ ਆ। ਡਾਕਟਰ ਨਦੀਮ ਅਹਿਮਦ ਬੜੇ ਪਿਆਰੇ ਸ਼ਾਇਰ, हाँ जी आया नो जी ਤੁਹਾਡੀ ਰਚਨਾ ਦੇ ਨਾਲ। मोअज़्ज़ज़ हाज़रीन, ज्ञान और ध्यान की धरती पंजाब हमेशा से जिक्र और फिक्र का मरकज रही है। ये वो जगह है जहाँ इल्म और आगही के सौते फूटते हैं। यहाँ की ज़रखेज़ी ज़हन और दिल को पाकीज़गी और बालीदगी अता करती है। यही वजह है कि इस पंजाब ने ऐसे वसीउल नज़र और बेदार मगज़ इंसान पैदा किए जो हज़ारों लोगों की फैज़याबी का बाइस हुए। ऐसी ही एक मोहतरम और मुमताज़ शख्सियत है गुरु तेग बहादुर साहब। अगर उनकी ज़िंदगी का मुहासबा किया जाए तो पता चलता है कि उनकी तमाम उम्र मुश्किलों में, परेशानियों में गुजरी, लेकिन इसके बावजूद उन्होंने हर तरह का जुल्म और सितम सहते हुए, जबर सहते हुए हक का साथ दिया। और ये अपने आप में बहुत बड़ी बात होती है कि आप मुश्किल में हैं, परेशानी में हैं, फिर भी हक के साथ खड़े हैं। हज़रत मोहम्मद सल्लल्लाहु अलैहि वसल्लम ने कहा था कि जाबिर बादशाह के सामने हक बात कहना सबसे बड़ा जहाद है। और यही काम गुरु तेग बहादुर साहब ने किया। तो आज के उनके 400 साला यौम वलादत पर मैं आप सभी दोस्तों को मुबारकबाद पेश करता हूँ और सब हक परस्तों को मुबारकबाद पेश करता हूँ और चंद अशार के साथ आपके रूबरू हूँ। कि नूर वहदत से जो इश्नान किया जाता है, नूर वहदत से जो इश्नान किया जाता है, हक परस्ती को ही परवान किया जाता है। खुद को जो कौम पे कुर्बान कर सकता हो, खुद को जो कौम पे कुर्बान कर सकता हो, ऐसे रहबर को निगहबान किया जाता है। ऐसे रहबर को निगहबान किया जाता है। ये शेर मुलाजा करें कि गुर मिला ये भी गुरु तेग बहादुर जी से,
गुर मिला ये भी गुरु तेग बहादुर जी से, जीत तब होती है जब ठान लिया जाता है। गुर मिला ये भी गुरु तेग बहादुर जी से, जीत तब होती है जब ठान लिया जाता है ये कुर्बानियों का सिलसिला तेग से गोविंद, है ये कुर्बानियों का सिलसिला तेग से गोविंद, वो अमल जिस पे अभिमान किया जाता है, वो अमल जिस पे अभिमान किया जाता है। बहुत बहुत शुक्रिया। और ये कि सबसे अफजल ये इबादत हुआ करती है नदीम, सबसे अफजल ये इबादत हुआ करती है नदीम, हक की खातिर जो बलिदान दिया जाता है। वाह वाह, बहुत अच्छे। हक की खातिर जो बलिदान दिया जाता है, नूरे वहदत से जो इश्नान किया जाता है, हक परस्ती को ही परवान किया जाता है। बहुत बहुत शुक्रिया। बहुत अच्छा, बहुत अच्छा नदीम जो साहब। पहला मिसरा था वो आप फिर से सुना दीजिए। नूरे वहदत से जो इश्नान किया जाता है, इससे पहले इससे पहले कि इसके बाद वाला? नहीं, इससे पहले वाला। पहला तो यही था, पहला यही था। यहीं से आगाज हुआ था। पहला यही था। मक्ता सुना नदीम भाई। मक्ता सुना देता हूँ, मक्ता सुन लीजिए। शुक्रिया। कि सबसे अफजल ये इबादत हुआ करती है नदीम, सबसे अफजल ये इबादत हुआ करती है नदीम, हक की खातिर जो बलिदान दिया जाता है। वाह, बहुत अच्छा। हक की खातिर जो बलिदान दिया जाता है। बहुत बहुत शुक्रिया दोस्त। डॉक्टर साहब बहुत मेहरबानी। डॉक्टर नदीम जी ਤੁਹਾਡਾ ਸਵਾਗਤ ਤੇ ਸ਼ੁਕਰੀਆ। ਮੈਂ ਨਾ ਸਵੇਰੇ ਸਵੇਰੇ ਅੱਜ ਗੁਰੂ ਘਰ ਚੋਂ ਭਾਈ ਜੀ ਸਪੀਕਰ ਦੇ ਉੱਤੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ ਤਾਂ ਉਹਨਾਂ ਨੇ ਗੀਤ ਪਲੇ ਕੀਤਾ ਜਿਹਦੇ ਬੋਲ ਸਨ ਤੇਗ ਦੇ ਦੁਲਾਰੇ ਵਾਵਾ ਤੇਰੀਆਂ ਕਹਾਣੀਆਂ, ਤੇਰਾ ਜਸ ਗਾਇਆ ਦਾਤਾ ਪਰਬਤਾਂ ਤੇ ਪਾਣੀ। ਵਾਹ। ਨਿੰਦਰ ਤੁਸੀਂ ਵੀ ਆਪਣੀ ਨਜ਼ਮ ਕੋਈ ਸੁਣਾਓ, ਜੇ ਪਾਤਰ ਸਾਹਿਬ ਹੋਣ ਕਨੈਕਟਡ ਤੇ ਉਹ ਵੀ ਸੁਣਾਉਣ ਜੇ ਹੋ ਸਕੇ। ਬਿਲਕੁਲ। ਹਾਂ, ਮੈਂ ਕਦੀ ਵੀ ਕਵਿਤਾ ਪਿਆਰ ਕਰਦਾ, ਕਵਿਤਾ ਨੂੰ ਪੜ੍ਹਦਾ ਮੈਂ। ਸ਼ੁਰੂ ਚ ਕਵਿਤਾ ਹੀ ਬੰਦਾ ਲਿਖਦਾ ਸਭ ਤੋਂ। ਇਹ ਜਿਹੜਾ ਸੀ ਬਹੁਤ ਹੀ ਪਿਆਰੇ ਬੋਲ ਸੀ। ਉਸਤਾਦ ਲਾਲ ਚੰਦ ਜਮਲਾ ਜੱਟ ਦੇ ਸਵੇਰੇ ਸਵੇਰੇ ਕੰਨਾਂ 'ਚ ਪਏ। ਤੇਰਾ ਜਸ ਗਾਇਆ ਦਾਤਾ ਪਰਬਤਾਂ ਤੇ ਪਾਣੀਆਂ, ਤੇਗ ਦੇ ਦੁਲਾਰੇ ਵਾਵਾ ਤੇਰੀਆਂ ਕਹਾਣੀਆਂ, ਤੇਰਾ ਜਸ ਗਾਇਆ ਦਾਤਾ ਪਰਬਤਾਂ ਤੇ ਪਾਣੀਆਂ, ਤੇਗ ਦੇ ਦੁਲਾਰੇ ਵਾਵਾ ਤੇਰੀਆਂ ਕਹਾਣੀਆਂ, ਤੇਗ ਦੇ ਦੁਲਾਰੇ। ਮੈਂ बहुत निंदा जी बढ़िया हुआ कि शामिल हो गए हमारी महफिल में। तो मैं ਅੱਜ ਇਸ ਗੱਲੋਂ ਵੀ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ 9ਵੇਂ ਗੁਰੂ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮ ਦੇ ਕਵੀ ਦਰਬਾਰ ਜਿਹੜਾ ਆਪਣਾ ਤ੍ਰੈ ਭਾਸ਼ਾ ਦਾ ਹੋਇਆ ਤੇ ਰਾਸ਼ਟਰੀ ਕਵੀ ਇਹਦੇ ਵਿੱਚ 9 ਕਵੀ ਜਿਹੜੇ ਸੀਗੇ ਉਹ ਸਾਡੇ ਨੇ ਤੇ 9ਵਾਂ ਕਵੀਆਂ ਨੇ ਆਪਣੀਆਂ ਬਹੁਤ ਖੂਬਸੂਰਤ ਅਹਿਸਾਸ ਭਰੀਆਂ, ਜਜ਼ਬਾਤ ਭਰੀਆਂ, ਸ਼ਰਧਾ ਭਰੀਆਂ ਕਵਿਤਾਵਾਂ ਜਿਹੜੀਆਂ ਹੈ ਸੁਣਾਈਆਂ ਨੇ। ਤੋ ਅੰਤ ਉੱਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਮੈਂ ਡਾਕਟਰ ਜਨਾਬ ਸੁਰਜੀਤ ਪਾਤਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਨਾਲ ਰੂਬਰੂ ਹੋਣ। ਡਾਕਟਰ ਪਾਤਰ ਜੀ। ਜੀ ਬੇਨਤੀ ਹੈ ਜੀ ਜੀ। ਮੈਂ ਲਾਈਟ ਚਲੀ ਗਈ ਸੀ ਉਦੋਂ ਮੈਂ ਅੱਧੀ ਕਵਿਤਾ ਪੜ੍ਹੀ ਸੀ, ਜੇ ਆਗਿਆ ਹੋਵੇ ਤਾਂ। ਜੀ ਪਾਤਰ ਸਾਹਿਬ ਦੇ ਧੰਨਵਾਦ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਰਚਨਾ ਜਿਹੜੀ ਹੈ ਉਹ ਸੁਣਾ ਸਕਦੇ। ਮੈਂ ਸੁਣਾ ਦਿਆਂ ਆਗਿਆ? ਜੀ। ਰਾਜਾ ਉਹ ਹੁੰਦਾ ਹੈ ਜੋ ਪ੍ਰਜਾ ਦੀ ਰੱਖਿਆ ਕਰੇ, ਪਿਤਾ ਉਹ ਹੁੰਦਾ ਹੈ ਜੋ ਸੰਤਾਨ ਦੀ ਪਾਲਣਾ ਕਰੇ। हे ਮੇਰੇ ਦੇਸ਼ ਦੇ ਚੰਨ, हे ਮੇਰੇ ਦੇਸ਼ ਦੇ ਪਾਲਕ, ਤੂੰ ਆਪਣੇ ਸਾਡੇ ਦੇਸ਼ ਦਾ ਰਾਜਾ ਵੀ ਸੀ ਤੇ ਤੂੰ ਸਾਡੇ ਰਾਸ਼ਟਰ ਦਾ ਪਿਤਾ ਵੀ ਸੀ। ਨਾ ਦੁਨੀਆ ਤੇ ਤੇਰੇ ਜਿਹਾ ਕੋਈ ਰਾਜਾ ਹੋਇਆ ਤੇ ਨਾ ਹੀ ਸੰਘਣਾ ਕੋਈ ਸਾਇਆ ਹੋਇਆ, ਨਾ ਹੀ ਤੇਰੇ ਜਿਹਾ ਕੋਈ ਪਿਤਾ ਹੋਇਆ। ਤੂੰ ਤਾਂ ਮੰਨਿਆ ਸੀ ਸਾਰੇ ਭਾਰਤ ਨੂੰ ਆਪਣੀ ਸੰਤਾਨ, ਤੇ ਉਸ ਸੰਤਾਨ ਦੀ ਰੱਖਿਆ ਲਈ ਉੱਠ ਤੁਰਿਆ ਅਨੰਦਪੁਰੋਂ ਦਿੱਲੀ ਨੂੰ। ਧਰਮ ਦੀ ਰੱਖਿਆ ਕਰਨ, ਸੀਸ ਕੁਰਬਾਨ ਕਰਨ, ਲੋਕਾਂ ਦੇ ਹੌਸਲੇ ਬਲਵਾਨ ਕਰਨ। ਠੰਡੀਆਂ ਰਾਤਾਂ 'ਚ ਕੰਡਿਆਲੀਆਂ ਰਾਹਾਂ 'ਚ ਤੇਰਾ ਪਿਆਰ ਡੋਲਿਆ ਨਾ,
ਜ਼ਾਲਮ ਔਰੰਗਜ਼ੇਬ ਨੇ ਸੱਚ ਤੋਲਿਆ ਨਾ। ਇਹ ਕਿਹਾ ਧਰਮ ਸੀ ਹਾਕਮ ਦਾ ਕਿ ਜ਼ੁਲਮ ਨੂੰ ਧਰਮ ਕਹਿੰਦਾ ਰਿਹਾ, ਹਰ ਪ੍ਰਾਣੀ ਉਸ ਤੋਂ ਤਰਹਿੰਦਾ ਰਿਹਾ। ਇਹ ਮੇਰੇ ਰਾਸ਼ਟਰ ਪਿਤਾ, ਤੂੰ ਕਿੰਨੇ ਨਿੱਘ ਨਾਲ, ਪਿਆਰ ਨਾਲ, ਸਤਿਕਾਰ ਨਾਲ, ਦੁਲਾਰ ਨਾਲ, ਆਪਣੀ ਛਾਤੀ ਨਾਲ ਲਾ ਲਿਆ ਸੀ। ਡਰੇ ਸਹਿਮੇ ਨਿਤਾਣੇ ਤੇ ਨਿਆਸਰੇ ਕਸ਼ਮੀਰੀ ਪੰਡਤਾਂ ਨੂੰ ਪਿਆਰ ਦੀ ਇਹ ਕਹੀ ਪਰਿਭਾਸ਼ਾ ਸੀ। ਧਰਮੀ ਪੁੱਤਰਾਂ ਲਈ ਤਿਆਗ ਦੀ ਇੱਕ ਹੀ ਸਿਖਰ ਸੀ। हे ਮੇਰੇ ਪਰਮ ਪਿਤਾ, हे ਤੇਰੇ ਜਿਹੇ ਪਾਤਸ਼ਾਹ ਦਾ ਦੁਨੀਆ ਕੀ ਮੁਕਾਬਲਾ ਕਰੂ। ਤੂੰ ਕੇਵਲ ਆਪਣੇ ਸਮੇਂ ਲਈ ਹੀ ਨਹੀਂ ਸੀ ਭਾਰਤ ਦਾ ਬਾਦਸ਼ਾਹ, ਸਗੋਂ ਸਦਾ ਸਦਾ ਲਈ ਬਣ ਗਿਆ ਸਾਡੇ ਦਿਲਾਂ ਦਾ ਬਾਦਸ਼ਾਹ। ਤੇ ਤੂੰ ਦਿਲ ਦਾ ਹੀ ਬਾਦਸ਼ਾਹ ਨਿਕਲਿਆ ਆਪਣੇ ਦੇਸ਼ ਵਾਸੀਆਂ ਲਈ। ਆਪਣੀ ਕੁਰਬਾਨੀ ਹੀ ਨਹੀਂ ਦਿੱਤੀ, ਸਗੋਂ ਦੇਸ਼ ਵਾਸੀਆਂ ਨੂੰ ਕਰ ਦਿੱਤਾ ਸਮਰਪਿਤ। ਮਾਤਾ ਗੁਜਰ ਕੌਰ ਜੀ ਨੂੰ, ਚਾਰੇ ਸਾਹਿਬਜ਼ਾਦਿਆਂ ਨੂੰ ਤੇ ਆਪਣੇ ਪਿਆਰੇ ਫਰਜ਼ੰਦ ਗੋਬਿੰਦ ਜੀ ਨੂੰ ਵੀ। ਤੇਰੇ ਜਿਹਾ ਰਾਸ਼ਟਰਪਿਤਾ ਹੋਰ ਕੌਣ ਹੋ ਸਕਦਾ ਸੀ? ਤੇਰੇ ਜਿਹਾ ਬਾਦਸ਼ਾਹ ਹੋਰ ਕੌਣ ਹੋ ਸਕਦਾ ਸੀ? ਬਾਦਸ਼ਾਹ ਉਹ ਨਹੀਂ ਹੁੰਦੇ ਜੋ ਕੁਰਸੀ ਹੱਥਿਆ ਆ ਕੇ ਲੋਕਾਂ ਦੇ ਅਰਮਾਨਾਂ ਦੀ ਹੱਤਿਆ ਕਰਕੇ ਰਾਜ ਕਰਦੇ ਨੇ। ਬਾਦਸ਼ਾਹ ਉਹ ਹੁੰਦੇ ਨੇ ਜੋ ਦਿਲਾਂ ਨੂੰ ਜਿੱਤਦੇ ਨੇ, ਜੋ ਦਿਲਾਂ ਤੇ ਰਾਜ ਕਰਦੇ ਨੇ। ਰਾਜਾ ਉਹ ਹੁੰਦਾ ਹੈ ਜੋ ਪ੍ਰਜਾ ਦੀ ਰੱਖਿਆ ਕਰੇ। ਪਿਤਾ ਉਹ ਹੁੰਦਾ ਹੈ ਜੋ ਸੰਤਾਨ ਦੀ ਪਾਲਣਾ ਕਰੇ। हे ਮੇਰੇ ਦੇਸ਼ ਦੇ ਜਨ, हे ਮੇਰੇ ਦੇਸ਼ ਦੇ ਪਾਲਕ, ਤੂੰ ਸਾਡੇ ਦੇਸ਼ ਦਾ ਰਾਜਾ ਵੀ ਸੀ, ਤੂੰ ਸਾਡੇ ਦੇਸ਼ ਦਾ ਰਾਸ਼ਟਰਪਿਤਾ ਵੀ ਸੀ। ਵਾਹ, ਬਹੁਤ 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 ਅੱਛੇ। ਧੰਨਵਾਦ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਮਿਹਰਬਾਨੀ ਡਾਕਟਰ ਗਾਸੋ ਜੀ, ਸ਼ੁਕਰੀਆ। ਤੁਸੀਂ ਰਚਨਾ ਪੂਰੀ ਕੀਤੀ ਹੈ, ਕਿਉਂਕਿ ਤੁਸੀਂ ਡਿਸਕਨੈਕਟ ਹੋ ਗਏ ਸੀ, ਲਾਈਟ ਚਲੀ ਗਈ ਸੀ। ਤੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਪੰਜਾਬ ਕਲਾ ਪ੍ਰੀਸ਼ਦ ਵੱਲੋਂ। ਪਰ ਰਸਮੀ ਤੌਰ ਤੇ ਤੁਹਾਨੂੰ ਆਪਣੇ ਦਿਲ ਦੀਆਂ ਡੁਗਾਣਾਂ ਚੋਂ, ਆਪਣੀਆਂ ਅੰਤਰੀ ਭਾਵਨਾਵਾਂ ਚੋਂ ਡਾਕਟਰ ਸੁਰਜੀਤ ਪਾਤਰ ਜੀ ਤੁਹਾਡਾ ਧੰਨਵਾਦ ਕਰਨਗੇ। ਮੈਂ ਪਾਤਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਹਾਡੇ ਸਨਮੁਖ ਹੋਣ। सब बहुत प्यारे गायक, डॉक्टर वनीता, थैंक यू, कशिश हुशियारपुरी जी, डॉक्टर रविंदर, डॉक्टर नदीम अहमद नदीम और जगमोहन सिंह, जिन्होंने ਅਸੀਂ ਉਹਦੇ ਹੀ ਕਹਿਣ ਲੱਗ ਪਏ। ਇਹਨਾਂ ਦੀ ਕਿਤਾਬ ਦਾ ਨਾਮ ਸੀ ਉਹਦੇ ਅਸਤ, ਸੋ ਇਹਨਾਂ ਦਾ ਨਾਮ ਅਸੀਂ ਹੁਣ ਜਗਮੋਹਨ ਸਿੰਘ ਉਹਦੇ ਹੀ ਰੱਖ ਲਿਆ। ਔਰ ਡਾਕਟਰ ਰਬੀਨਾ ਸ਼ਬਨਮ, सुदर्शन गासो और जसप्रीत पलक। सो ਤੁਹਾਡੇ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ सर मैं महक भारती भी हूँ। महक भारती, महक दिखाई नहीं देती। नहीं सर। सबसे पहले तो महक के लिए अगर पुष्प होती तो मुझे दिखाई देती। सही है। क्या महसूस सो जिस तरह गुरु वाक्य है कि अपनी अपनी बुद्ध है जेती, वर्णत भिन्न भिन्न तोहे तेती। कि जिन्नी जिन्नी किसी को अकल समझ एहसास आ, उस दे मुताबिक ही तेरा वर्णन हो कर दिंदा। सो सारे कवियां दे रंग सुन के बहुत अच्छा लगा। कशिश हुशियारपुरी होना नूं मैं बहुत पहला पौंटा साहिब जो गुरु गोबिंद सिंह होना दा दी याद से कवि दरबार सी, उत्थे इन्हां नूं सुनिया सी ते उदों भी इन्हां ने बहुत संखेप, बहुत तराशियां हुई चीज़ां और बहुत प्यारा कलाम पढ़िया सी। सो असीं इन्हां नूं हुण भी जोड़ रहे सी, पर ये कहंदे मैनूं होर तां बहुत कुछ आउंदा, मैनूं बहर वजन दीयां सारियां बरीकियां भी आउंदियां, पर मैनूं आह जुड़ना नहीं आउंदा। मोबाइल ते तुसीं किद्दां जुड़दे हो Zoom ते। सो इन्हां ने उस चीज़ नूं भी इन्हां ने सिक्ख्या ते साडे नाल जुड़े। सो इन्हां दा मैं बहुत पूरा धन्नवादी हां कि उन्हां सारियां मुश्किलां नूं इन्हां ने पार करके साडे नाल जुड़े आ। शुक्रिया जी, शुक्रिया बहुत। और डॉक्टर वनीता दा भी मैं खास धन्नवाद करदा जिन्हें, क्योंकि कविता असल च कई बारी एक पल ही दूर हुंदी आ ते सिर्फ असी दस्तक देनी हुंदी आ अपने मन मस्तक ते वो सारा कुछ हुंदा तां दिल विच है, पर वो उजागर हो जांदा, प्रगट हो जांदा। सो उन्होंने गुरु तेग बहादुर जी का जो राग ते बैराग वाला पहलू है उस बारे बहुत
प्यारी बहुत भाव भरी नज़म सुनाई। Thank you. तो डॉक्टर रविंदर डॉक्टर है, ਅਸੀਂ ਇਹਨਾਂ ਨੂੰ ਬੱਚਿਆਂ ਦੇ ਡਾਕਟਰ ਨੇ ਬਟਾਲੇ ਸ਼ਹਿਰ ਵਿੱਚ, ਤੇ ਇੱਕ ਸਟੈਥੋਸਕੋਪ ਨਾਲ ਉਹ ਬੱਚਿਆਂ ਦੀ ਧੜਕਣ ਵੀ ਦੇਖਦੇ ਆ, ਪਰ ਇੱਕ ਇਹਨਾਂ ਕੋਲ ਅਣਦਿਸਦਾ ਸਟੈਥੋਸਕੋਪ ਵੀ ਹੈ ਜਿਹਦੇ ਨਾਲ ਉਹ ਬੰਦਿਆਂ ਦੇ ਰੂਹਾਂ ਦੀ ਧੜਕਣ ਵੀ ਸੁਣਦੇ ਆ। ਤਾਂ ਇਹ ਹਮੇਸ਼ਾ ਨਵਾਂ ਅਨੁਭਵ ਲੈ ਕੇ ਆਉਂਦੇ ਆ ਕਿ ਇੱਕ ਵਾਕ ਦਾ ਹੀ ਪ੍ਰਤਾਪ ਸੀ ਉਸ ਸਾਰੀ ਗੱਲ ਨੂੰ, ਕਿ ਗੁਰੂ ਗੋਬਿੰਦ ਸਿੰਘ ਦੇ ਮੁਖ ਤੋਂ ਨਿਕਲੇ ਵਾਕ ਦਾ ਪਸਾਰ ਕਿੱਥੋਂ ਤੱਕ ਸੀ। ਔਰ ਮਹਿਕ ਭਾਰਤੀ ਵੀ ਬਹੁਤ ਸਾਡੀ ਪ੍ਰਤਿਭਾਸ਼ੀਲ ਹਿੰਦੀ ਦੀ ਸ਼ਾਇਰਾ, ਜਿਹਦੀ ਆਵਾਜ਼ ਵਿੱਚ ਇੱਕ ਆਪਣੀ ਤਰ੍ਹਾਂ ਦਾ ਸੋਜ਼, ਆਪਣੀ ਤਰ੍ਹਾਂ ਦਾ ਦੀ ਲੈ ਔਰ ਮਿਹਨਤ ਵੀ ਕਰਦੀ ਆ। ਸੋ ਇਹਨੂੰ ਵੀ, ਇਹਦਾ ਵੀ ਬਹੁਤ ਸ਼ੁਕਰਗੁਜ਼ਾਰ, ਇਹਨੂੰ ਵੀ ਬਹੁਤ ਬਹੁਤ ਪਿਆਰ। तो डॉक्टर नदीम अहमद नदीम मेरे कुलीग भी रहे हैं गुरु ग्रंथ साहब यूनिवर्सिटी विच कुछ चिर लई, और ये भी समझ लो अदब दी दुनिया च बहुत रचे मिचे जी शख्सियत ने। और इन्हां दा यानी अपनी शायरी गज़लां भी मैं सुनिया बहुत अच्छियां मलेरकोटले इन्हां कोलों। और एक इन्हां दा वड्डा काम है कि इन्हां ने अलामा इकबाल दी सारी शायरी दा पंजाबी विच लिपियांतरण किया, जिहड़ा कि पंजाबी यूनिवर्सिटी पटियाला वालियां ने छापिया, कुलियाते इकबाल। बहुत अच्छी जी, बड़ी सो इन्हां दी शायरी लई भी असीं बहुत शुक्रगुजार हां। सो सुदर्शन गासो, जिवें कि निंदर ने भी कहा कि उस अपने दरवेश पिता दे बहुत प्यारे पुत्र ने ओम प्रकाश गासो जी दे, और उस मिसाल ਨੂੰ ਅੱਗੇ ਲੈ ਕੇ ਚੱਲ ਰਹੇ। ਸਾਨੂੰ ਇਹਨਾਂ ਕੋਲੋਂ ਵੀ ਇਹਨਾਂ ਦੀ ਲਗਨ ਮਿਹਨਤ ਵੀ ਸਾਨੂੰ ਹਮੇਸ਼ਾ ਚੰਗੀ ਲੱਗਦੀ ਹੈ। ਔਰ ਡਾਕਟਰ ਰਬੀਨਾ ਸ਼ਬਨਮ ਹੋਰਾਂ ਵੀ, ਕਿਉਂਕਿ ਇਹ ਹੁੰਦਾ ਕਿ ਜਿਸ ਤਰ੍ਹਾਂ ਸ਼ਾਇਰੀ ਇੱਕ ਅਸੀਂ ਸ਼ਾਇਰੀ ਲਿਰਿਕਲ ਸ਼ਾਇਰੀ ਹੈ ਜਿਹੜੀ ਅਸੀਂ ਆਪਣੀ ਬਹੁਤ ਆਪਣੇ ਨਿੱਜੀ ਭਾਵਾਂ ਦੀ ਲਿਖਦੇ ਹਾਂ, ਔਰ ਕਈ ਵਾਰ ਸਾਡੇ ਦਿਲ 'ਚ ਬਹੁਤ ਕੁਝ ਛੁਪਿਆ ਹੁੰਦਾ, ਜਿਵੇਂ ਵਨੀਤਾ ਨੇ ਕਿਹਾ ਕਿ ਉਹ ਸਾਰਾ ਕੁਝ ਮੇਰੇ ਦਿਲ 'ਚ ਤਾਂ ਸੀ, ਪਰ ਉਹ ਪ੍ਰਗਟ ਉਸ ਦਿਨ ਹੀ ਹੋਇਆ ਜਿਸ ਦਿਨ ਇੱਕ ਮੌਕਾ, ਇੱਕ ਛਣ ਇਹੋ ਜਿਹਾ ਆਇਆ। ਸੋ ਇੱਦਾਂ ਹੀ ਰਬੀਨਾ ਹੋਰਾਂ ਨੇ ਵੀ ਇਹ ਜੋ ਅੱਜ ਨਜ਼ਮ ਪੜ੍ਹੀ ਗੁਰੂ ਤੇਗ ਬਹਾਦਰ ਦੀ, ਇਹ ਵੀ ਨਜ਼ਮ, ਔਰ ਇਹਨਾਂ ਤੋਂ ਪਹਿਲਾਂ ਮੈਂ ਇਹਨਾਂ ਦੀ ਸੁਣ ਚੁੱਕਾ ਨਜ਼ਮ ਮਲੇਰਕੋਟਲੇ ਦੇ ਨਵਾਬ ਬਾਰੇ, ਸ਼ਾਇਦ ਉਹ ਨਜ਼ਮ ਸੀ ਜਿਹੜੀ ਬੜੀ ਅੱਛੀ ਨਜ਼ਮ ਸੀ। हाँ, सिख इतिहास नाल ताल्लुक रखने वाली। तो जगमोहन सिंह उदे मेरे बहुत प्यारे दोस्त ते बहुत ही प्यारे और सिद्क सबर सिर वाले इंसान। इन्होंने जिंदगी च इन्होंने भी बहुत संघर्ष किया, और जड़ियां लड़ाइयां लोग अक्सर हार जाते, इन्होंने वो जित्तियां लड़ाइयां। सो इसलिए इन्हों की शायरी विच भी एक ओदी झलक तुसीं महसूस कर सकते हो कि दार्शनिक रंग भी सी जिहड़ा इच्छावां नाल ताल्लुक रखण वाला और इच्छावां तो पार जाण वाला। तो जसप्रीत फलक साडी नवी शायरा, सो ये भी अपना मेहनत कर रही है, कोशिश कर रही है, और असीं इहदे कोलों होर आस रखते हैं और मेहनत होर लगन दी इहदे कोलों आस करते हैं। आशीर्वाद। हाँ, तो निंदर दा भी धन्नवाद। निंदर ने तुहानूं सारिआं नूं लभ्या, संपर्क कीता, ये बड़ा मुश्किल काम हुंदा ते सर मेहरबानी सर, तुहाडी रहनुमाई सर। बाकी इन्हें अपनी स्टेज संचालन नाल भी रंग बन दिता ते अपने उस्ताद जमला जट नूं भी याद कीता। अणबजाई तुम्बा भी सुन रहे सी, असीं बजाया नहीं, अज लियांदा नहीं, लेकिन वो नाल सानूं सुन रहा सी। सो बहुत शुक्रगुजार हां तुहाडा सारिआं दा। फिर मिलांगे इस तरह ही इकट्ठे हो के। अखीर ते अपना मैं एक मेरा सुनाओ प्लीज।
अपने साहब बस मैंने एक जी, इरशाद सर। 4 लाइनां सुनाऊंगा कि इरशाद। किताब दा जन्म प्रकाश पुरब ਅਸੀਂ ਮਨਾ ਰਹੇ ਹਾਂ ਪਰ ਕਿਉਂਕਿ ਇੱਕ ਉਹਨਾਂ ਦੀ ਜੋ ਸ਼ਹਾਦਤ ਹੈ ਉਹ ਇੱਕ ਸਿਖਰ ਤੇ ਦੀ ਚੀਜ਼ ਆ ਜਿਹੜੀ ਸਾਡੇ ਚੇਤਿਆਂ ਵਿੱਚ ਵਸੀ ਹੋਈ ਆ ਤੇ ਹਰ ਇੱਕ ਕਵੀ ਦਰਬਾਰ 'ਚ ਅਸੀਂ ਉਹਨਾਂ ਦੀ ਬਾਣੀ ਨੂੰ ਵੀ ਯਾਦ ਕੀਤਾ, ਉਹਨਾਂ ਦੇ ਰਾਗ ਨੂੰ ਵੀ ਯਾਦ ਕੀਤਾ, ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ। ਤੇ ਮੈਂ ਤੁਹਾਨੂੰ ਬਸ ਮੇਰੀਆਂ 4 ਸਤਰਾਂ ਨੇ ਪੁਰਾਣੀ ਇੱਕ ਨਜ਼ਮ ਦੀਆਂ, ਪਰ ਮੈਂ ਉਹ ਤੁਹਾਡੀ ਖਿਦਮਤ 'ਚ ਪੇਸ਼ ਕਰਨਾ ਚਾਹੁੰਦਾ ਕਿ ਮੈਂ इरशाद सर। ਕਿ ਜਿਸ ਤੇਗ ਦੇ ਘਾਟ ਗੁਰੂ ਉਤਰੇ ਉਸ ਤੇਗ ਤੋਂ ਖੂਨ ਨਹੀਂ ਸੁੱਕਦਾ। ਇਸ ਤੇਗ ਦੇ ਘਾਟ ਗੁਰੂ ਉਤਰੇ ਉਸ ਤੇਗ ਤੋਂ ਖੂਨ ਨਹੀਂ ਸੁੱਕਦਾ। ਦਸਤਾਰ ਸਜਾ ਕੇ ਆ ਜਾਵੇ ਭਾਵੇਂ ਤਿਲਕ ਲਗਾ ਕੇ ਆ ਜਾਵੇ ਤਾਂ ਔਰੰਗਜ਼ੇਬ ਨਹੀਂ वाह 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 सर। बहुत अच्छे ਕਈ ਰੂਪਾਂ 'ਚ ਕਈ ਭੇਸ ਬਦਲ ਕੇ ਮੁੜ ਆਉਂਦਾ ਰਹਿੰਦਾ। ਸਹੀ बड़ी ਕਿਹਾ रेलेवेंट बहुत अच्छे सर। ਸੋ ਇਹਨਾਂ ਕੁਝ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਵੀ ਅਸੀਂ ਮਿਲਦੇ ਰਵਾਂਗੇ। ਜੀ ਹੁਣ ਕਸ਼ਿਸ਼ ਸਾਹਿਬ ਨੇ ਵੀ ਜੁੜਨਾ ਸਿੱਖ ਲਿਆ ਸੋ ਬਿਲਕੁਲ ਸਰ, ਮੈਂ ਤੁਹਾਨੂੰ ਦੱਸਦਾ ਕਿ ਮੁਲਕ ਦੇ ਵਿੱਚੋਂ ਮੈਨੂੰ ਘੱਟੋ ਘੱਟ 150 ਤੋਂ ਉੱਤੇ ਫੋਨ ਆਏ ਸਰ। ਮੈਂ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ, ਬਹੁਤ ਦੂਰ ਦੂਰ ਤੋਂ ਫੋਨ ਆਏ ਸਰ, ਲੇਕਿਨ ਤੁਹਾਡੇ ਹੁਕਮ ਨਹੀਂ, ਮੈਂ ਅੱਜ ਦੇਖ ਲਓ ਇਹ ਚਲੋ ਇਹ ਬਹੁਤ ਸ਼ੁਭ ਸ਼ਗਨ ਹੈ ਇਹ ਵੀ। ਤੁਹਾਡਾ 151ਵੇਂ ਸੱਦੇ ਨੂੰ ਕਬੂਲ ਕਰਨਾ। ਹਾਂਜੀ ਹਾਂਜੀ, ਪਾਤਰ ਸਾਹਿਬ ਨੇ ਬੜੇ ਭਾਵ ਭਿੰਨੇ ਪਿਆਰੇ ਸ਼ਬਦ ਤੇ ਨਾਲ ਗੱਲ ਇਹ ਹੈ ਵੀ ਜਿਹੜੀ ਰਚਨਾ ਵੀ ਸੁਣਾਈ ਹੈ ਉਹ ਵੀ ਸਾਨੂੰ ਹਿਲਾਉਣ ਦੀ ਅੰਦਰੋਂ, ਤੇ ਇਹਦੇ ਨਾਲ ਹੀ ਇਹਨਾਂ ਦਾ ਤਾਂ ਇੱਕ ਇੱਕ ਬੋਲ ਸਾਡੇ ਵਾਸਤੇ ਅਨਮੋਲ ਹੁੰਦਾ ਹੈ, ਕਿਉਂਕਿ ਜਦੋਂ ਬੋਲਦੇ ਆ ਤਾਂ ਲੱਗਦਾ ਕਿ ਕਵਿਤਾ ਸਾਡੇ ਨਾਲ ਗੱਲਾਂ ਕਰ ਰਹੀ ਆ, ਔਰ ਜਦੋਂ ਫੋਨ ਤੇ ਵੀ ਗੱਲ ਕਰਦੇ ਉਦੋਂ ਵੀ ਲੱਗਦਾ ਕਿ ਸਾਡੇ ਨਾਲ ਕਵਿਤਾ ਗੱਲਾਂ ਕਰ ਰਹੀ ਹੈ। ਸੋ ਪਾਤਰ ਸਾਹਿਬ ਤੁਹਾਡਾ ਤਾਂ ਅਸੀਂ ਸ਼ੁਕਰੀਆ, ਸਾਡੇ ਕੋਲੇ ਸ਼ਬਦ ਹੀ ਹੈ ਨਹੀਂ ਕਿ ਅਸੀਂ ਸ਼ੁਕਰੀਆ ਅਦਾ ਕਰੀਏ। ਤੁਸੀਂ ਬਹੁਤ ਹੀ ਪਿਆਰੇ ਸ਼ਬਦਾਂ 'ਚ ਇੱਕ ਇੱਕ ਕਵੀ ਦਾ 9 ਕਵੀ 9ਵੇਂ ਗੁਰੂ ਸਾਹਿਬ ਦੇ ਜਨਮ ਸ਼ਤਾਬਦੀ ਦੇ ਸੰਬੰਧ 'ਚ ਅੱਜ ਸਾਡੇ ਨਾਲ ਕਵਿਤਾਵਾਂ ਲੈ ਕੇ ਹਾਜ਼ਰ ਸਨ। ਤੁਸੀਂ 9ਵਾਂ ਦਾ ਨਾਮ ਲੈ ਕੇ 9ਵਾਂ ਦੀਆਂ ਰਚਨਾਵਾਂ ਨੂੰ ਵਡਿਆ ਕੇ ਆਦਰ ਦੇ ਕੇ ਪਿਆਰ ਦੇ ਕੇ ਧੰਨਵਾਦ ਕੀਤਾ ਹੈ। ਸੋ ਤੁਹਾਡਾ ਵੀ ਕੋਟਨ ਕੋਟ ਧੰਨਵਾਦ ਤੇ ਸਾਰੇ ਕਵੀਆਂ ਦਾ ਕੋਟਨ ਕੋਟ ਧੰਨਵਾਦ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਅੱਗੇ ਤੋਂ ਵੀ ਆਉਂਦੇ ਰਹੋ, ਜਿਉਂਦੇ ਰਹੋ, ਜਗ ਜਿਉਂਦਿਆਂ ਦੇ ਮੇਲੇ। ਸਤਿ ਸ੍ਰੀ ਅਕਾਲ, ਧੰਨਵਾਦ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਪਾਤਰ ਸਾਹਿਬ, ਭੁਗਿਆਣਵੀ ਜੀ, ਸਾਰੇ ਕਵੀਆਂ ਨੂੰ ਸਲਾਮ। ਬਹੁਤ ਬਹੁਤ ਬਾਏ ਥੈਂਕ ਯੂ। तुम्हारे करवा लिया, मैंने सुन लिया।